हेलो, हाँ जी, गुड इवनिंग मैम, गुड आफ्टरनून सॉरी। जी मैम, स्टार्ट कर लो। सर डिस्टर्बेंस तो नहीं आ रही है? नहीं, एवरीथिंग इज फाइन मैम, यू कैन स्टार्ट। ओके सर। मैं निशा रानी, जो कि तलवाड़ा आरसीडी गवर्नमेंट आईटीआई तलवाड़ा विखे बतौर सेविंग टेक्नोलॉजी इंस्ट्रक्टर सेवा निभा रही हैं जी। ਅੱਜ ਦੇ ਇਸ ਨਿੰਮੀ ਆਨਲਾਈਨ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਕਰਦੇ ਹਾਂ ਜੀ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਦੇਸ਼ ਵਿੱਚ ਕਰੋਨਾ ਮਹਾਮਾਰੀ ਫੈਲੀ ਹੋਈ ਹੈ। ਸਾਰਾ ਦੇਸ਼ ਇਸ ਬਿਮਾਰੀ ਨਾਲ ਜੂਝ ਰਿਹਾ ਹੈ। ਇਹਨੂੰ ਹਰਾਉਣ ਲਈ ਸਾਡੀ ਪੰਜਾਬ ਸਰਕਾਰ ਨੇ ਮਿਸ਼ਨ ਫਤਿਹ ਨਾਮ ਦੀ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਮੁਹਿੰਮ ਦੇ ਤਹਿਤ ਕੀ ਹੈ ਸਾਰੇ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਅਵੇਅਰ ਕੀਤਾ ਜਾ ਰਿਹਾ ਹੈ। ਜਿਵੇਂ ਆਪਾਂ ਜਾਣਦੇ ਹਾਂ ਕਿ ਸਾਡੇ ਸਾਰਿਆਂ ਲਈ ਜਿਹੜੀ ਸਭ ਤੋਂ ਅਨਮੋਲ ਚੀਜ਼ ਹੈ ਉਹ ਸਾਡੀ ਸਿਹਤ ਹੀ ਹੈ, ਸਾਡੀ ਕੀ ਹੈ, ਸਾਡੇ ਅਹੁਦੇ, ਸਾਡੀ ਸਾਰੀ ਪ੍ਰਾਪਰਟੀ, ਸਾਰਾ ਸਮਾਨ, ਪੈਸੇ, ਸਾਰੇ ਕੁਝ ਦਾ ਜਿਹੜਾ ਫਾਇਦਾ ਹੈ ਉਹ ਸਾਡੀ ਜ਼ਿੰਦਗੀ ਨਾਲ ਹੀ ਹੈ। ਜ਼ਿੰਦਗੀ ਦੀ ਹਰ ਖੁਸ਼ੀ ਇਸ ਜ਼ਿੰਦਗੀ ਦੇ ਜਿਉਂਦੇ ਰਹਿੰਦੇ ਆ ਤੇ ਇਸ ਸਮੇਂ ਦੇ ਹਾਲਾਤਾਂ ਅਨੁਸਾਰ ਕੀ ਹੈ, ਜ਼ਿੰਦਗੀ ਖਤਰੇ 'ਚ ਪਈ ਹੋਈ ਹੈ ਤੇ ਇਸ ਨੂੰ ਬਚਾਉਣ ਲਈ ਸਾਡੀ ਸਰਕਾਰ ਇੰਨਾ ਜ਼ੋਰ ਲਗਾ ਰਹੀ ਹੈ। ਆਪਾਂ ਦੇਖਦੇ ਹਾਂ ਸਾਡੇ ਸਿਹਤ ਕਰਮਚਾਰੀ, ਪੁਲਿਸ ਕਰਮਚਾਰੀ ਸਾਰੇ ਕਿੰਨੀ ਕੋਸ਼ਿਸ਼ ਕਰ ਰਹੇ ਨੇ, ਸਾਡਾ ਡਿਪਾਰਟਮੈਂਟ ਕਿੰਨੀ ਕੋਸ਼ਿਸ਼ ਕਰ ਰਿਹਾ ਹੈ ਤੇ ਸਾਨੂੰ ਵੀ ਚਾਹੀਦਾ ਹੈ ਕਿ ਇਸ ਲੜਾਈ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ। ਇਹਦੇ ਲਈ ਕਿਉਂਕਿ ਇਹ ਬਿਮਾਰੀ ਇੱਕ ਦੂਜੇ ਤੋਂ ਲੱਗਣ ਵਾਲੀ ਹੈ, ਕਿਸੇ ਇੱਕ ਦੇ ਕੀਤਿਆਂ ਇਹਦੇ ਤੇ ਜਿੱਤ ਨਹੀਂ ਪ੍ਰਾਪਤ ਕੀਤੀ ਜਾ ਸਕਦੀ। ਇਸ ਕਰਕੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਤੁਰਨ ਦੀ ਲੋੜ ਹੈ, ਸਾਰਿਆਂ ਨੂੰ ਸੋਚਣ ਦੀ ਲੋੜ ਹੈ ਤੇ ਕੀ ਇਹਦੇ ਤੋਂ ਆਪਾਂ ਅਵੇਅਰ ਰਹਿਣਾ ਚਾਹੀਦਾ ਹੈ, ਉਹਦੇ ਅਕੋਰਡਿੰਗ ਚੱਲਣ ਦੀ ਲੋੜ ਹੈ। ਜਿਵੇਂ ਕੀ ਚਾਹੀਦਾ ਹੈ ਕਿ ਵਾਰ-ਵਾਰ ਆਪਾਂ ਹੱਥ ਧੋਈਏ, ਆਪਣੇ ਮੂੰਹ, ਅੱਖਾਂ, ਨੱਕ ਨੂੰ ਵਾਰ-ਵਾਰ ਹੱਥ ਆਪਾਂ ਨਾ ਲਾਈਏ, ਕਿਤੇ ਜਨਤਕ ਥਾਵਾਂ ਉੱਤੇ ਨਾ ਥੁੱਕੀਏ। ਜਿੱਥੋਂ ਤੱਕ ਕੋਸ਼ਿਸ਼ ਕਰੀਏ ਕਿ ਬਗੈਰ ਬਹੁਤ ਜ਼ਿਆਦਾ ਲੋੜ ਤੋਂ ਆਪਾਂ ਆਪਣੇ ਘਰ ਤੋਂ ਬਾਹਰ ਨਾ ਜਾਈਏ। ਜੇ ਘਰ ਤੋਂ ਬਾਹਰ ਗਏ ਵੀ ਹਾਂ ਤਾਂ ਭੀੜ ਭਾੜ ਵਾਲੀ ਜਗ੍ਹਾ ਉੱਤੇ ਜਾਣ ਤੋਂ ਬਚੀਏ। ਇਸ ਬਿਮਾਰੀ ਤੋਂ ਬਚਾਅ ਲਈ ਆਪਣੇ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਦਾ ਧਿਆਨ ਰੱਖੀਏ। ਕਿਸੇ ਨੂੰ ਆਪਾਂ ਮਿਲਦੇ ਹਾਂ ਤਾਂ ਉਹਦੇ ਨਾਲ ਹੱਥ ਨਾ ਮਿਲਾਈਏ ਤੇ ਵੱਧ ਤੋਂ ਵੱਧ ਮੂੰਹ ਤੇ ਜਿਹੜਾ ਉਹ ਮਾਸਕ ਪਾ ਕੇ ਰੱਖੀਏ ਤਾਂ ਜੋ ਅਸੀਂ ਇਸ ਬਿਮਾਰੀ ਤੇ ਜਿੱਤ ਹਾਸਲ ਕਰ ਸਕੀਏ। ਹੁਣ ਆਪਾਂ ਵੱਧਦੇ ਹਾਂ ਆਪਣੇ ਅੱਜ ਦੇ ਟੌਪਿਕ ਵੱਲ। ਅੱਜ ਦਾ ਜਿਹੜਾ ਮੇਰਾ ਟੌਪਿਕ ਹੈ ਉਹ ਸਿਲਾਈ ਮਸ਼ੀਨ ਦੇ ਬੇਸਿਕ ਸਿਲਾਈ ਮਸ਼ੀਨ ਹੈ ਜਿਹੜੀ ਸਾਡੇ ਘਰਾਂ ਵਿੱਚ ਹੁੰਦੀ ਹੈ, ਸਾਡੀ ITI ਵਿੱਚ ਹੈ, ਜਿਹਦੇ ਨਾਲ ਸਿੰਪਲ ਸਿਲਾਈ ਕੀਤੀ ਜਾਂਦੀ ਹੈ। ਉਹ ਬੇਸਿਕ ਸਿਲਾਈ ਮਸ਼ੀਨ ਦੇ ਜਿਹੜੇ ਮੇਨ ਪਾਰਟਸ ਹੈ, ਵੱਖਰੇ ਵੱਖਰੇ ਪਾਰਟਸ ਹੈ, ਉਹਨਾਂ ਦਾ ਅਧਿਐਨ ਕਰਨਾ। ਇਹਦੇ ਬਾਰੇ ਅਸੀਂ
ਸੈਸ਼ਨ ਦੇ ਸ਼ੁਰੂ ਵਿੱਚ ਵੀ ਅਧਿਐਨ ਕੀਤਾ ਹੋਵੇਗਾ। ਅੱਜ ਦੁਬਾਰਾ ਅਸੀਂ ਇਹਦੀ ਰਿਵੀਜ਼ਨ ਕਰਨ ਜਾ ਰਹੇ ਹਾਂ। ਇਸ ਮਸ਼ੀਨ ਦੇ ਵੱਖਰੇ ਵੱਖਰੇ ਪੁਰਜ਼ੇ ਹੁੰਦੇ ਨੇ, ਜਿਵੇਂ ਤੁਸੀਂ ਦੇਖ ਰਹੇ ਹੋ। ਇਹ ਪੁਰਜ਼ੇ ਅਸੀਂ ਮੁੱਖ ਰੂਪ 'ਚ 4 ਭਾਗਾਂ 'ਚ ਵੰਡਦੇ ਹਾਂ। ਜਿਹੜੀ ਸਾਡੀ ਹੱਥ ਵਾਲੀ ਮਸ਼ੀਨ ਹੈ, ਜਿਹੜੀ ਅਸੀਂ ਹੱਥ ਨਾਲ ਚਲਾਉਂਦੇ ਹਾਂ, ਤੇ 5ਵਾਂ ਭਾਗ ਹੈ ਜਿਹੜਾ ਉਹ ਇਹਦੇ ਪੈਰਾਂ ਵਾਲੀ ਮਸ਼ੀਨ ਦਾ ਹੁੰਦਾ ਹੈ, ਜਿਹੜਾ ਪੈਰ ਦਾ ਹਿੱਸਾ ਹੈ। ਇਹਨੂੰ ਅਸੀਂ ਕਿਸੇ ਵੀ ਸਾਈਡ ਤੋਂ ਸ਼ੁਰੂ ਕਰਕੇ ਦੇਖ ਸਕਦੇ ਹਾਂ, ਚਾਹੇ ਅਸੀਂ ਹੱਥੀ ਵਾਲੀ ਸਾਈਡ ਤੋਂ ਸ਼ੁਰੂ ਕਰ ਲਈਏ, ਚਾਹੇ ਮੱਥੇ ਵਾਲੀ ਸਾਈਡ ਤੋਂ ਸ਼ੁਰੂ ਕਰ ਲਈਏ। ਇਹਦੇ ਅਕੋਰਡਿੰਗ ਇਹਨੂੰ ਅਸੀਂ 4 ਪਾਰਟਸ ਵਿੱਚ ਵੰਡਦੇ ਹਾਂ। ਇੱਕ ਸਾਡਾ ਹਿੱਸਾ ਆਂਦਾ ਹੈ ਹੱਥੀ ਵਾਲੀ ਸਾਈਡ ਦਾ, ਜਿੱਧਰੋਂ ਆਪਾਂ ਮਸ਼ੀਨ ਨੂੰ ਚਲਾਉਂਦੇ ਹਾਂ। ਦੂਜਾ ਹਿੱਸਾ ਆਪਾਂ ਲੈ ਸਕਦੇ ਹਾਂ ਇਹਦੀ ਉੱਪਰ ਵਾਲੀ ਜਿਹੜੀ ਬੋਡੀ ਹੈ, ਉਹਦੇ ਵਿੱਚ ਕਿਹੜੇ ਕਿਹੜੇ ਪਾਰਟਸ ਹੈ। ਉਸ ਤੋਂ ਬਾਅਦ ਸਾਡਾ ਮੱਥੇ ਵਾਲੀ ਸਾਈਡ ਇਹਦੀ ਆਂਦੀ ਹੈ, ਉਹਦੇ ਵਿੱਚ ਕਿੰਨੇ ਪੁਰਜ਼ੇ ਆਂਦੇ ਆ ਇਹਦੇ। ਤੇ ਇੱਕ ਜਦੋਂ ਆਪਾਂ ਮਸ਼ੀਨ ਨੂੰ ਚੱਕਦੇ ਹਾਂ, ਮਸ਼ੀਨ ਦੇ ਥੱਲੇ ਜਿਹੜੇ ਸਾਡੇ ਪੁਰਜ਼ੇ ਨਜ਼ਰ ਆਉਂਦੇ ਨੇ, ਉਹ ਕਿਹੜੇ ਕਿਹੜੇ ਹੁੰਦੇ ਨੇ। ਉਹਨਾਂ ਸਾਰਿਆਂ ਬਾਰੇ ਅਸੀਂ ਸਟੈਪ ਵਾਈਜ਼ ਵੱਖਰੇ ਵੱਖਰੇ ਅਧਿਐਨ ਕਰਾਂਗੇ। ਹੁਣ ਆਪਾਂ ਸ਼ੁਰੂ ਕਰਦੇ ਹਾਂ ਹੱਥੀ ਵਾਲੇ ਭਾਗ ਤੋਂ। ਮਸ਼ੀਨ ਦੀ ਹੱਥੀ ਤੁਸੀਂ ਦੇਖ ਰਹੇ ਹੋ। ਇੱਕ ਸਾਈਡ ਹੱਥ ਵਾਲੀ ਮਸ਼ੀਨ ਜਿਹੜੀ ਹੱਥੀ ਨਾਲ ਚਲਾਈ ਜਾਂਦੀ ਆ, ਉਹ ਆਪਾਂ ਦਿਖਾਈ ਹੋਈ ਚਿੱਤਰ 'ਚ, ਤੇ ਦੂਜੇ ਪਾਸੇ ਜਿਹੜੀ ਹੱਥੀ ਦਾ ਭਾਗ ਹੈ ਉਹ ਪੈਰਾਂ ਵਾਲੀ ਮਸ਼ੀਨ ਦਾ, ਜਿਹੜੀ ਪੈਰਾਂ ਨਾਲ ਚੱਲਦੀ ਹੈ। ਹਾਥੀ ਦੇ ਭਾਗ ਦਾ ਜਿਹੜਾ ਮੇਨ ਪਾਰਟ ਹੈ ਉਹ ਆਂਦਾ ਸਾਡੇ ਕੋਲ ਮਸ਼ੀਨ ਦਾ ਹੈਂਡਲ, ਜਿਹੜੀ ਹੱਥੀ ਹੈ। ਇਹਦੀ ਹੁੰਦੀ ਹੈ ਜਦੋਂ ਅਸੀਂ ਹੱਥ ਵਾਲੀ ਮਸ਼ੀਨ ਚਲਾਉਣੀ ਹੁੰਦੀ ਹੈ, ਕਿਉਂਕਿ ਹੱਥ ਵਾਲੀ ਮਸ਼ੀਨ ਹਾਥੀ ਤੋਂ ਬਿਨਾਂ ਨਹੀਂ ਚੱਲਦੀ। ਇਹਦੇ ਸਾਈਡ ਤੇ ਇੱਕ ਲੱਕੜ ਦਾ ਹੈਂਡਲ ਲੱਗਾ ਹੁੰਦਾ ਹੈ, ਜਿਹਦੇ ਤੋਂ ਅਸੀਂ ਹੱਥ ਨਾਲ ਘੁਮਾਉਂਦੇ ਹਾਂ। ਤੇ ਦੂਜੀ ਸਾਈਡ ਤੇ ਇਹਦੇ ਤੇ ਜਿਹਨੂੰ ਆਪਾਂ ਕਹਿੰਦੇ ਆ, ਜਿਹਦੇ ਨਾਲ ਇਹ ਫਲਾਈ ਵੀਲ ਨਾਲ ਜੁੜਦੀ ਹੈ, ਮਸ਼ੀਨ ਨਾਲ ਜੁੜਦੀ ਆ, ਉਹ ਹੁੰਦਾ ਬ੍ਰੈਕਟ ਸਕਰੂ। ਉਹ ਜਦੋਂ ਆਪਾਂ ਉਹਦੇ ਤੇ ਸੈੱਟ ਕਰਦੇ ਆ, ਮਸ਼ੀਨ ਘੁਮਾਉਂਦੇ ਆ, ਤਾਂ ਸਾਡੀ ਮਸ਼ੀਨ ਚੱਲਣ ਲੱਗਦੀ ਹੈ। ਉਸ ਤੋਂ ਬਾਅਦ ਇਹਦਾ ਦੂਜਾ ਪਾਰਟ ਆਂਦਾ ਹੈ, ਜਿਹੜਾ ਤੁਸੀਂ ਇਹਦੇ 'ਚ ਵੀ ਦੇਖ ਰਹੇ ਹੋ, ਫਲਾਈ ਵੀਲ, ਜਿਹੜਾ ਕਿ ਸਾਡਾ ਚੱਕਾ ਹੈ। ਜਦੋਂ ਆਪਾਂ ਹੱਥੀ ਨੂੰ ਘੁਮਾਉਂਦੇ ਆ ਤਾਂ ਉਹ ਚੱਕਾ ਘੁੰਮਦਾ ਹੈ, ਉਹਦੇ ਨਾਲ ਹੀ ਅੱਗੇ ਮਸ਼ੀਨ ਘੁੰਮਦੀ ਹੈ। ਫਲਾਈ ਵੀਲ ਨੂੰ ਆਪਾਂ ਬੈਲੈਂਸ ਵੀਲ ਵੀ ਕਹਿੰਦੇ ਆ। ਹੱਥੀ ਨਾਲ ਇਹ ਬ੍ਰੈਕਟ ਸਕਰੂ ਦੇ ਜ਼ਰੀਏ ਜੁੜਿਆ ਹੁੰਦਾ ਹੈ, ਹੱਥੀ ਨੂੰ ਘੁਮਾਉਂਦੇ ਆ ਇਹ ਨਾਲ ਨਾਲ ਘੁੰਮਦਾ ਹੈ। ਉਸ ਤੋਂ ਬਾਅਦ ਜਿਹੜਾ ਪਾਰਟ ਹੈਗਾ ਸਾਡੀ ਹੱਥੀ ਦਾ, ਉਹ ਹੈਗਾ ਸਟਾਪ ਮੋਸ਼ਨ ਸਕਰੂ। ਦੇਖ ਰਹੇ ਹੋ ਤੁਸੀਂ ਸਲਾਈਡ ਵਿੱਚ, ਸਟਾਪ ਮੋਸ਼ਨ ਸਕਰੂ ਕਿਹੜਾ, ਜਿਹੜਾ ਹੱਥੀ ਦੇ ਵਿੱਚ ਲੱਗਾ ਹੁੰਦਾ ਹੈ। ਤੇ ਇਹਦਾ ਫੰਕਸ਼ਨ ਕੀ ਹੁੰਦਾ ਕਿ ਇਹਦੇ ਨਾਲ ਕੀ ਹੈ, ਫਲਾਈ ਵੀਲ ਨਾਲ ਅਸੀਂ ਕੀ ਕਰਦੇ ਆ ਕਿ ਇਹਦੀ ਜਿਹੜੀ ਚਾਲ ਹੈ ਉਹ ਘੱਟ ਵੱਧ ਕਰਦੇ ਆ ਮਸ਼ੀਨ ਦੀ। ਤੇ ਜਿਹੜਾ ਸਟਾਪ ਮੋਸ਼ਨ ਸਕਰੂ ਹੈ, ਇਹਦਾ ਕੀ ਫੰਕਸ਼ਨ ਹੁੰਦਾ, ਜਦੋਂ ਅਸੀਂ ਇਹਨੂੰ ਪਿੱਛੇ ਨੂੰ ਕਰਕੇ ਘੁਮਾ ਦਿੰਦੇ ਆ, ਉਹਦੇ ਨਾਲ ਕੀ ਹੁੰਦਾ ਕਿ ਜਿਹੜੀ ਸਾਡੀ ਫਲਾਈ ਵੀਲ ਹੈ ਉਹ ਚੱਲਦਾ ਰਹਿੰਦਾ ਹੈ, ਸਾਡੀ ਜਿਹੜੀ ਇਹ ਸੂਈ ਦਾ ਗਜ਼ ਹੈ ਉਹ ਨਹੀਂ ਚੱਲਦਾ। ਉਹਦੇ ਨਾਲ ਇਹ ਸਾਨੂੰ ਜ਼ਰੂਰਤ ਕਦੋਂ ਪੈਂਦੀ ਹੈ, ਜਦੋਂ ਅਸੀਂ ਮਸ਼ੀਨ ਤੇ ਫਿਰਕੀ ਭਰਨੀ ਹੋਵੇ। ਫਿਰਕੀ ਭਰਨ ਲਈ ਆਪਾਂ ਕੀ ਕਰਦੇ ਆ, ਇਹਨੂੰ ਪਿੱਛੇ ਨੂੰ ਘੁਮਾ ਕੇ ਢਿੱਲਾ ਕਰ ਦਿੱਤਾ ਜਾਂਦਾ ਹੈ। ਫਿਰ ਉਹਦੇ ਨਾਲ ਕੀ ਹੈ, ਸਾਡਾ ਸੂਈ ਵਾਲਾ ਗਜ਼ ਨਹੀਂ ਚੱਲਦਾ। ਜਾਂ ਅਸੀਂ ਛੋਟੇ ਬੱਚਿਆਂ ਤੋਂ ਬਚਾਅ ਵਾਸਤੇ, ਜਿੱਦਾਂ ਛੋਟੇ ਬੱਚਿਆਂ ਨੂੰ ਆਦਤ ਹੁੰਦੀ ਹੈ ਮਸ਼ੀਨ ਚਲਾਉਣ ਦੀ, ਜਦੋਂ ਆਪਾਂ ਉਹਨਾਂ ਦੇ ਬਚਾਅ ਲਈ ਕਿ ਇਹਨਾਂ ਦਾ ਹੱਥ ਨਾ ਸੂਈ ਥੱਲੇ ਆ ਜਾਏ, ਮਸ਼ੀਨ ਸਾਡੀ ਚੱਲੇ ਨਾ, ਅਸੀਂ ਸਟਾਪ ਮੋਸ਼ਨ ਸਕਰੂ ਨੂੰ ਪਿੱਛੇ ਕਰਕੇ ਰੱਖ ਸਕਦੇ ਹਾਂ। ਉਸ ਤੋਂ ਬਾਅਦ ਜਿਹੜਾ ਹੱਥੀ ਵਾਲਾ ਹਿੱਸਾ ਸਾਡਾ ਆਂਦਾ, ਉਹਦੇ ਵਿੱਚ ਆਂਦਾ ਬੋਬਿਨ ਵਾਈਂਡਰ, ਜਿਹੜੀ ਕਿ ਫਿਰਕੀ ਭਰਨ ਵਾਲੀ ਜਗ੍ਹਾ ਹੁੰਦੀ ਹੈ। ਇੱਥੇ ਕੀ ਹੁੰਦਾ, ਇੱਕ ਛੋਟੀ ਕਿੱਲ ਲੱਗੀ ਹੁੰਦੀ ਹੈ, ਕਿੱਲ ਟਾਈਪ ਦੀ, ਜਿਹਨੂੰ ਅਸੀਂ ਕਹਿੰਦੇ ਆ ਖਾਂਚਾ ਵੀ ਕਹਿੰਦੇ ਆ ਤੇ ਸਪਿੰਡਲ ਵੀ ਕਹਿੰਦੇ ਆ। ਇਹਦੇ ਤੇ ਕੀ ਹੈ, ਆਪਾਂ ਫਿਰਕੀ ਤੇ ਥੋੜਾ ਜਿਹਾ ਧਾਗਾ ਪਹਿਲਾਂ ਲਪੇਟਦੇ ਆ, ਫਿਰ ਇਹਦੇ ਤੇ ਫਿਰਕੀ ਨੂੰ ਸੈੱਟ ਕਰ ਦਿੱਤਾ ਜਾਂਦਾ ਹੈ। ਇਹਦੇ ਨਾਲ ਕੀ ਹੈ, ਇਹਦਾ ਇੱਕ ਹਿੱਸਾ ਜਿਹੜਾ ਉਹ ਰਬੜ ਵੀਲ ਨਾਲ ਲੱਗਾ ਹੁੰਦਾ ਹੈ, ਜਿਹਨੂੰ ਆਪਾਂ ਵਾਈਂਡਰ ਰਬੜ ਵੀ ਕਹਿੰਦੇ ਆ, ਜਿਹੜੀ ਕਿ ਰਬੜ ਉਹਦੇ ਨਾਲ ਲੱਗੀ ਹੁੰਦੀ ਹੈ ਗੋਲ ਤੇ। ਉਹਦੇ ਉੱਪਰ ਇੱਕ ਸਕਰੂ ਲੱਗਾ ਹੁੰਦਾ ਹੈ, ਤੁਸੀਂ ਸਾਰਿਆਂ ਨੇ ਫਿਰਕੀ ਭਰਦੇ ਦੇਖਿਆ ਹੋਊਗਾ, ਉਹਦੇ ਉੱਪਰ ਇੱਕ ਸਕਰੂ ਲੱਗਾ ਹੁੰਦਾ ਹੈ। ਜਦੋਂ ਅਸੀਂ ਉਸ ਸਕਰੂ ਤੇ ਦਬਾਅ ਪਾਉਂਦੇ ਆ ਤਾਂ ਉਹ ਕੀ ਹੈ, ਫਲਾਈ ਵੀਲ ਨਾਲ ਲੱਗਦੀ ਹੈ ਰਬੜ। ਰਬੜ ਜਦੋਂ ਫਲਾਈ ਵੀਲ ਨਾਲ ਲੱਗਦੀ ਹੈ, ਅਸੀਂ ਸਟਾਪ ਮੋਸ਼ਨ ਸਕਰੂ ਬੰਦ ਕਰਕੇ ਫਿਰਕੀ ਭਰਦੇ ਆ, ਉਹਦੇ ਨਾਲ ਕੀ ਹੈ, ਸਾਡਾ ਜਿਹੜਾ ਫਲਾਈ ਵੀਲ ਹੈ ਉਹ ਘੁੰਮਦਾ ਹੈ। ਉਹਦੇ ਘੁੰਮਣ ਨਾਲ ਸਾਡੀ ਫਿਰਕੀ ਘੁੰਮਦੀ ਹੈ ਤੇ ਉਹਦੇ ਘੁੰਮਣ ਨਾਲ ਫਿਰਕੀ ਭਰੀ ਜਾਂਦੀ ਹੈ। ਪਰ ਮਸ਼ੀਨ ਦਾ ਜਿਹੜਾ ਸੂਈ ਵਾਲਾ ਗਜ਼ ਹੈ ਉਹ
ਨਹੀਂ ਹਿੱਲਦਾ, ਭਾਵ ਮਸ਼ੀਨ ਖੜੀ ਰਹਿੰਦੀ ਹੈ। ਇਹ ਫਿਰਕੀ ਭਰਨ ਲੱਗੇ ਸਾਨੂੰ ਏਦਾਂ ਕਰਨਾ ਪੈਂਦਾ ਹੈ। ਇਹ ਹੋ ਗਏ ਸਾਡੇ ਮਸ਼ੀਨ ਦੀ ਹੱਥੀ ਵਾਲੇ ਪਾਰਟ। ਉਸ ਤੋਂ ਬਾਅਦ ਅਗਲਾ ਸਾਡਾ ਮਸ਼ੀਨ ਦਾ ਪਾਰਟ ਆਉਂਦਾ ਹੈ ਬੋਡੀ ਪਾਰਟ। ਮਸ਼ੀਨ ਦੀ ਬੋਡੀ ਵਿੱਚ ਕਿਹੜੇ ਕਿਹੜੇ ਪਾਰਟਸ ਹੁੰਦੇ ਨੇ, ਠੀਕ ਹੈ ਜੀ। ਮਸ਼ੀਨ ਦੀ ਬੋਡੀ ਤੇ ਇੱਕ ਪਾਰਟ ਹੁੰਦਾ ਹੈ ਸਪੂਲ ਪਿਨ। ਸਪੂਲ ਪਿਨ ਅਸੀਂ ਸਾਰਿਆਂ ਨੇ ਪੜ੍ਹੀ ਹੈ, ਦੇਖੀ ਹੈ। ਸਪੂਲ ਪਿਨ ਕੀ ਹੈ? ਇਹ 2 ਕਿੱਲਾਂ ਹੁੰਦੀਆਂ, ਜਿਹੜੀਆਂ ਹੁਣ ਮਸ਼ੀਨਾਂ ਆ ਰਹੀਆਂ ਉਹਨਾਂ ਤੇ ਤਿੰਨ ਵੀ ਹੁੰਦੀਆਂ, ਇੱਕ ਥੱਲੇ ਲੱਗੀ ਹੁੰਦੀ ਹੈ। ਇਹਨਾਂ ਤੇ ਕੀ ਹੁੰਦਾ ਹੈ? ਮਸ਼ੀਨ ਦੀ ਬੋਡੀ ਤੇ ਲੱਗੀਆਂ ਤੇ ਇਹਨਾਂ ਦਾ ਫੰਕਸ਼ਨ ਕੀ ਹੁੰਦਾ ਹੈ? ਇਹਨਾਂ ਤੇ ਅਸੀਂ ਰੀਲ ਰੱਖ ਕੇ ਸਿਲਾਈ ਕਰਦੇ ਹਾਂ। ਫਿਰ ਕੀ ਭਰਨੀ ਆ, ਇਹਦੇ ਤੇ ਰੀਲ ਰੱਖਦੇ ਹਾਂ, ਸਿਲਾਈ ਕਰਨੀ ਹੈ ਤਾਂ ਇਹਦੇ ਤੇ ਆਪਾਂ ਰੀਲ ਰੱਖ ਕੇ ਸਿਲਾਈ ਕਰ ਸਕਦੇ ਹਾਂ। ਉਸ ਤੋਂ ਬਾਅਦ ਅਗਲਾ ਪਾਰਟ ਆਉਂਦਾ ਇਹਦੇ ਵਿੱਚ ਸਟਿਚ ਰੈਗੂਲੇਟਿੰਗ ਸਕਰਿਊ, ਜਿਹੜਾ ਕਿ ਚਿੱਤਰ ਵਿੱਚ ਤੁਸੀਂ ਦੇਖ ਰਹੇ ਹੋ, ਸਟਿਚ ਰੈਗੂਲੇਟਿੰਗ ਸਕਰਿਊ। ਇਹਦੇ ਨਾਲ ਕੀ ਕੀਤਾ ਜਾਂਦਾ ਹੈ? ਜਿਹੜਾ ਮਸ਼ੀਨ ਦਾ ਟਾਂਕਾ ਹੈ ਉਹ ਵੱਡਾ ਛੋਟਾ ਕੀਤਾ ਜਾਂਦਾ ਹੈ। ਕਿਵੇਂ ਸਾਨੂੰ ਪਤਾ ਲੱਗਦਾ ਹੈ ਵੱਡਾ ਛੋਟਾ ਕਰਨ ਦਾ? ਇਹਦੇ ਉੱਤੇ ਇੱਕ ਸਕੇਲ ਲੱਗਾ ਹੁੰਦਾ ਹੈ, ਸਕੇਲ ਉੱਤੇ ਨੰਬਰ ਲੱਗੇ ਹੁੰਦੇ, 1 2 3 4 ਲਿਖੇ ਹੁੰਦੇ ਆ। ਇਹਨਾਂ ਨੰਬਰਾਂ ਦੇ ਹਿਸਾਬ ਨਾਲ ਅਸੀਂ ਕੀ ਕਰਦੇ ਆ, ਪੇਚ ਨੂੰ ਢਿੱਲਾ ਕਰਕੇ ਜਿਸ ਨੰਬਰ ਉੱਤੇ ਅਸੀਂ ਕਰਨਾ ਹੈ, ਜਿੰਨੀ ਸਿਲਾਈ ਅਸੀਂ ਐਡਜਸਟ ਕਰਨੀ ਹੈ, ਕਿਸੇ ਇੱਕ ਨੰਬਰ ਤੇ ਸੈੱਟ ਕਰਕੇ ਆਪਾਂ ਉਹਨੂੰ ਕੱਸ ਦਿੰਨੇ ਆ। ਤੇ ਇਸ ਸਕਰਿਊ ਦਾ ਕੀ ਫੰਕਸ਼ਨ ਹੁੰਦਾ ਹੈ ਕਿ ਜੇ ਆਪਾਂ ਟਾਂਕਾ ਲੰਬਾ ਕਰਨਾ ਹੈ ਤਾਂ ਆਪਾਂ ਬੇਸਿਕ ਸੀਵਿੰਗ ਮਸ਼ੀਨ ਵਿੱਚ ਕੀ ਕਰਦੇ ਆ, ਇਹ ਸਕਰਿਊ ਆਪਾਂ ਉੱਪਰ ਨੂੰ ਕਰਦੇ ਆ। ਜੇ ਆਪਾਂ ਟਾਂਕਾ ਛੋਟਾ ਕਰਨਾ ਹੈ ਤਾਂ ਆਪਾਂ ਕੀ ਕਰਦੇ ਆ, ਜਿਹੜਾ ਸਕਰਿਊ ਹੈ ਉਹਨੂੰ ਆਪਾਂ ਥੱਲੇ ਨੂੰ ਕੀਤਾ ਜਾਂਦਾ ਹੈ। ਠੀਕ ਹੈ ਜੀ, ਇਹ ਹੋ ਗਿਆ ਸਾਡਾ ਸਟਿਚ ਰੈਗੂਲੇਟਿੰਗ ਸਕਰਿਊ। ਉਸ ਤੋਂ ਬਾਅਦ ਸਾਡੀ ਬੋਡੀ ਪਾਰਟ ਵਿੱਚ ਆਉਂਦਾ ਹੈ ਸਕਰਿਊ ਪਲੇਟ, ਜਿਹੜਾ ਤੁਸੀਂ 3 ਨੰਬਰ ਤੇ ਦੇਖ ਰਹੇ ਹੋ, ਸਕਰਿਊ ਪਲੇਟ। ਜਿੱਥੇ ਸਟਿਚ ਰੈਗੂਲੇਟਿੰਗ ਸਕਰਿਊ ਲੱਗਾ ਹੁੰਦਾ ਹੈ, ਇਹਦੇ ਬਿਲਕੁਲ ਆਪੋਜਿਟ ਦੂਜੇ ਪਾਸੇ ਇਹ ਇੱਕ ਸਫੇਦ ਰੰਗ ਦੀ ਜਾਂ ਸਟੀਲ ਦੀ ਗੋਲ ਪਲੇਟ ਹੁੰਦੀ ਹੈ। ਤੇ ਇਹ ਪਲੇਟ ਉੱਪਰ ਇੱਕ ਪੇਚ ਨਾਲ ਬੋਡੀ ਤੇ ਸੈੱਟ ਕੀਤੀ ਹੁੰਦੀ ਹੈ। ਇਸ ਪੇਚ ਨੂੰ ਖੋਲ ਕੇ ਜਿਹੜੀ ਆ ਉਹ ਪਲੇਟ ਉਤਾਰੀ ਜਾ ਸਕਦੀ ਹੈ। ਤੇ ਇਹ ਪਲੇਟ ਸਾਨੂੰ ਉਤਾਰਨ ਦੀ ਜ਼ਰੂਰਤ ਦੀ ਕਦੋਂ ਆ? ਜਦੋਂ ਅਸੀਂ ਮਸ਼ੀਨ ਦੇ ਜਿਹੜੇ ਅੰਦਰ ਵਾਲੇ ਹਿੱਸੇ ਹੈ ਉਹਨਾਂ ਨੂੰ ਆਪਾਂ ਸਾਫ਼ ਕਰਨਾ ਹੁੰਦਾ ਹੈ, ਜਾਂ ਅੰਦਰ ਜਿਹੜਾ ਤੇਲ ਦੇਣਾ ਹੁੰਦਾ ਹੈ, ਜਿਹੜੀ ਸਾਡੀ ਅੰਦਰ ਲਿਫਟਿੰਗ ਰੌਕ ਸ਼ਾਫਟ ਹੈ ਉਹਦੀ ਸਫਾਈ ਕਰਨੀ ਹੁੰਦੀ ਹੈ, ਉਹਨੂੰ ਤੇਲ ਦੇਣਾ ਹੁੰਦਾ, ਤਾਂ ਅਸੀਂ ਇਸ ਜਿਹੜੀ ਹੈ ਪਲੇਟ ਨੂੰ ਖੋਲਦੇ ਹਾਂ, ਸਕਰਿਊ ਨੂੰ ਉੱਪਰੋਂ ਖੋਲ ਕੇ ਪਲੇਟ ਬੋਡੀ ਨਾਲੋਂ ਅਲੱਗ ਆਪਾਂ ਕਰ ਸਕਦੇ ਹਾਂ, ਜਾਂ ਸਾਈਡ ਨੂੰ ਘੁਮਾ ਕੇ ਵੀ ਆਪਾਂ ਸਫਾਈ ਕਰ ਸਕਦੇ ਹਾਂ। ਉਸ ਤੋਂ ਬਾਅਦ ਬੋਡੀ ਦਾ ਪਾਰਟ ਆਉਂਦਾ ਹੈ ਫਰੇਮ ਆਫ ਬੋਡੀ। ਬੋਡੀ ਦਾ ਪੂਰਾ ਫਰੇਮ ਜਿਹਦੇ ਉੱਤੇ ਜਿਹੜੇ ਆ ਉਹ ਵੱਖਰੇ ਵੱਖਰੇ ਪੁਰਜ਼ੇ ਇਹ ਸੈੱਟ ਕੀਤੇ ਹੁੰਦੇ। ਉਸ ਤੋਂ ਬਾਅਦ ਆਉਂਦੀ ਹੈ ਬੋਡੀ ਦਾ ਜਿਹੜਾ ਪਾਰਟ ਹੈ ਆਰਮ ਸ਼ਾਫਟ। ਆਰਮ ਸ਼ਾਫਟ ਕੀ ਹੈ? ਇੱਕ ਲੋਹੇ ਦੀ, ਜਿਹਨੂੰ ਆਪਾਂ ਕਹਿੰਦੇ ਆ ਲੱਠ ਹੈ, ਸ਼ਾਫਟ ਹੈ, ਜਿਹੜੀ ਬੋਡੀ ਦੇ ਅੰਦਰ ਹੁੰਦੀ ਹੈ। ਇਹਦਾ ਜਿਹੜਾ ਇੱਕ ਹਿੱਸਾ ਹੈ ਉਹ ਫੇਸ ਪਲੇਟ ਨਾਲ ਜੁੜਿਆ ਹੁੰਦਾ ਹੈ, ਤੇ ਜਿਹੜਾ ਦੂਜਾ ਹਿੱਸਾ ਹੈ ਉਹ ਫਲਾਈ ਵੀਲ ਨਾਲ ਲੱਗਾ ਹੁੰਦਾ ਹੈ। ਭਾਵ ਫਲਾਈ ਵੀਲ ਤੇ ਜਿਹੜੀ ਫੇਸ ਪਲੇਟ ਹੈ ਦੋਨਾਂ ਨੂੰ ਇਹ ਕਨੈਕਟ ਕਰਦੀ ਹੈ, ਤੇ ਜਦੋਂ ਫਲਾਈ ਵੀਲ ਘੁੰਮਦਾ ਹੈ ਤਾਂ ਇਹਦੇ ਜ਼ਰੀਏ ਹੀ ਮਸ਼ੀਨ ਹੈ ਜਿਹੜੀ ਉਹ ਚੱਲਦੀ ਹੈ। ਇਹ ਹੈ ਸਾਡੀ ਮਸ਼ੀਨ ਦੇ ਬੋਡੀ ਦੇ ਪਾਰਟ। ਉਸ ਤੋਂ ਬਾਅਦ ਸਾਡੇ ਆ ਜਾਂਦੇ ਨੇ ਬੋਡੀ ਪਾਰਟਸ ਤੋਂ ਬਾਅਦ ਆ ਜਾਂਦੇ ਸਾਡੇ ਪਾਰਟਸ ਆਫ ਫੇਸ ਪਲੇਟ। ਸਰ ਇੱਕ ਸਲਾਈਡ ਵਿੱਚ ਸ਼ੋ ਨਹੀਂ ਹੋ ਰਹੀ। ਨਹੀਂ, ਬੋਡੀ ਪਾਰਟਸ ਤੋਂ ਬਾਅਦ ਇਨਰ ਆ ਗਏ ਪਾਰਟਸ ਆਫ ਫੇਸ ਪਲੇਟ। ਇਹਦੇ ਵਿੱਚ ਸ਼ੋ ਨਹੀਂ ਹੋ ਰਹੀ। ਇੱਦਾਂ ਹੀ ਬੋਲਦੀ ਹੈ ਬਿਨਾਂ। ਉਸ ਤੋਂ ਬਾਅਦ ਆ ਜਾਂਦੀ ਸਾਡੀ ਬੋਡੀ ਪਾਰਟਸ ਤੋਂ ਬਾਅਦ ਆਉਂਦੇ ਫੇਸ ਪਲੇਟ ਦੇ ਪਾਰਟ, ਜਿਹੜੇ ਕਿ ਸਲਾਈਡ ਸ਼ੋ ਨਹੀਂ ਹੋਣ ਕਰਕੇ ਮੈਂ ਤੁਹਾਨੂੰ ਪਿੱਛੋਂ ਦਿਖਾ ਦਿੰਨੀ ਆ। ਪੂਰੇ ਉਹਦੇ ਵਿੱਚ ਜਿਹੜੀ ਸਾਡੀ ਇੱਧਰ ਨੂੰ ਆ 22 ਨੰਬਰ ਤੋਂ ਜਿੱਥੋਂ ਤੁਸੀਂ ਦੇਖ ਰਹੇ ਹੋ,
ਇਹ ਫੇਸ ਪਲੇਟ ਦੀ ਜਿਹੜੀ ਹੈ ਉਹ ਸਲਾਈਡ ਸ਼ੋ ਨਹੀਂ ਹੋ ਰਹੀ, ਇਸ ਕਰਕੇ ਤੁਹਾਨੂੰ ਫੇਸ ਪਲੇਟ ਤੁਹਾਨੂੰ ਪੂਰੀ ਮਸ਼ੀਨ ਤੇ ਦਿਖਾ ਦਿੰਦੇ ਆ। ਫੇਸ ਪਲੇਟ ਜਿੱਦਾਂ ਨੂੰ ਤੁਸੀਂ 22 ਨੰਬਰ ਤੇ ਦੇਖ ਰਹੇ ਹੋ, ਜਿੱਥੋਂ ਟਿਕ ਕੀਤਾ ਹੋਇਆ ਇਹ ਸਾਡੀ ਫੇਸ ਪਲੇਟ ਹੈ। ਫੇਸ ਪਲੇਟ 'ਚ ਜਿਹੜੇ ਸਾਡੇ ਹਿੱਸੇ ਆਉਂਦੇ ਆ, ਉਹ ਆਉਂਦਾ ਹੈ ਸਭ ਤੋਂ ਪਹਿਲਾਂ ਜਿਹੜਾ ਪ੍ਰੈਸ਼ਰ ਬਾਰ। ਪ੍ਰੈਸ਼ਰ ਬਾਰ ਤੋਂ ਭਾਵ ਦਬਾਅ ਵਾਲਾ ਗਜ, ਜਿਹੜਾ ਤੁਸੀਂ ਦੇਖ ਰਹੇ ਹੋ 12 ਨੰਬਰ ਪੁਆਇੰਟ ਪਾਇਆ ਹੋਇਆ ਪ੍ਰੈਸ਼ਰ ਬਾਰ। ਪ੍ਰੈਸ਼ਰ ਬਾਰ ਕੀ ਹੁੰਦਾ ਹੈ? ਇਹ ਕੱਪੜੇ ਤੇ ਦਬਾਅ ਪਾਉਣ ਵਾਲਾ ਗਜ ਹੈ। ਤੇ ਦੂਜੇ ਸਿਰੇ ਤੇ ਕੀ ਹੁੰਦਾ ਹੈ? ਇੱਕ ਪੈਰ ਲੱਗਾ ਹੁੰਦਾ ਹੈ। ਪ੍ਰੈਸ਼ਰ ਬਾਰ ਦੇ ਦੂਜੇ ਸਿਰੇ ਤੇ ਪੈਰ ਲੱਗਾ ਹੁੰਦਾ ਹੈ, ਜਿਹਦੇ ਨਾਲ ਕੀ ਹੈ, ਕੱਪੜੇ ਤੇ ਦਬਾਅ ਪੈਂਦਾ ਹੈ। ਉਸ ਤੋਂ ਬਾਅਦ ਆਂਦਾ ਪ੍ਰੈਸ਼ਰ ਰੈਗੂਲੇਟਿੰਗ ਸਕਰੂ। ਪ੍ਰੈਸ਼ਰ ਰੈਗੂਲੇਟਿੰਗ ਸਕਰੂ ਕੀ ਹੈ? ਜਿਹੜਾ ਮੱਥੇ ਦੇ ਉੱਪਰ ਜੋ ਵੱਡਾ ਪੇਚ ਸਾਨੂੰ ਨਜ਼ਰ ਆਉਂਦਾ ਹੈ, ਮੱਥੇ ਵਾਲੀ ਸਾਈਡ ਤੋਂ ਅਸੀਂ ਦੇਖੀਏ ਤਾਂ ਉੱਪਰ ਇੱਕ ਪੇਚ ਵੱਡਾ ਲੱਗਾ ਹੁੰਦਾ ਹੈ, ਜਿਹੜਾ ਕਿ ਪ੍ਰੈਸ਼ਰ ਰੈਗੂਲੇਟਿੰਗ ਸਕਰੂ ਹੈ। ਇਹਦੇ ਨਾਲ ਕੀ ਹੁੰਦਾ ਹੈ, ਜੇ ਇਸ ਸਕਰੂ ਨੂੰ ਆਪਾਂ ਜ਼ਿਆਦਾ ਕੱਸ ਦਈਏ ਤਾਂ ਜਿਹੜਾ ਕੱਪੜੇ ਤੇ ਦਬਾਅ ਹੈ ਉਹ ਵੱਧ ਜਾਂਦਾ ਹੈ, ਤੇ ਜਦੋਂ ਆਪਾਂ ਇਹਨੂੰ ਘੱਟ ਕੱਸਦੇ ਹਾਂ ਤਾਂ ਜਿਹੜਾ ਕੱਪੜੇ ਤੇ ਦਬਾਅ ਹੈ ਉਹ ਘੱਟ ਹੋ ਜਾਂਦਾ ਹੈ। ਕਿਉਂਕਿ ਇਹਦੇ ਪ੍ਰੈਸ਼ਰ ਬਾਰ ਹੈ ਜਿਹੜਾ, ਉਹਦੇ ਇੱਕ ਸਿਰੇ ਤੇ ਸਕਰੂ ਲੱਗਾ ਹੁੰਦਾ ਹੈ ਤੇ ਦੂਜੇ ਸਿਰੇ ਤੇ ਇਹਦੇ ਤੇ ਮਸ਼ੀਨ ਦਾ ਪੈਰ ਲੱਗਾ ਹੁੰਦਾ ਹੈ। ਪੈਰ ਨੂੰ ਅੱਗੇ ਇੱਕ ਸਕਰੂ ਨਾਲ ਜੋੜਿਆ ਹੁੰਦਾ ਹੈ। ਇਹਦਾ ਫੰਕਸ਼ਨ ਜਿਹੜਾ ਪੈਰ ਤੇ ਪ੍ਰੈਸ਼ਰ ਹੈ ਉਹਨੂੰ ਘੱਟ ਵੱਧ ਕਰਨਾ ਹੁੰਦਾ ਹੈ। ਕੱਪੜੇ ਦੇ ਹਿਸਾਬ ਨਾਲ ਸਾਨੂੰ ਜਿੰਨੀ ਜ਼ਰੂਰਤ ਹੈ ਆਪਾਂ ਕਰ ਸਕਦੇ ਹਾਂ। ਉਸ ਤੋਂ ਬਾਅਦ ਆਂਦਾ ਹੈ ਪ੍ਰੈਸ਼ਰ ਫੁੱਟ ਬਾਰ ਲਿਫਟਰ, ਕਿ ਜਿਹੜਾ ਕੱਪੜੇ ਤੇ ਪ੍ਰੈਸ਼ਰ ਪੈ ਰਿਹਾ ਉਹ ਜਿਸਲੇ ਅਸੀਂ ਸਿਲਾਈ ਲਗਾਉਂਦੇ ਹਾਂ ਤਾਂ ਅਸੀਂ ਉਹਨੂੰ ਥੱਲੇ ਨੂੰ ਕਰਦੇ ਹਾਂ। ਤੁਸੀਂ ਦੇਖਿਆ ਹੋਵੇਗਾ ਮਸ਼ੀਨ ਦੀ ਬੈਕ ਸਾਈਡ ਤੇ ਜਦੋਂ ਆਪਾਂ ਸਿਲਾਈ ਲਾਉਂਦੇ ਹਾਂ ਤਾਂ ਇੱਕ ਪਿੱਛੇ ਇੱਕ ਕੁੰਡੀ ਜੀ ਹੁੰਦੀ ਹੈ ਜਿਹਨੂੰ ਆਪਾਂ ਥੱਲੇ ਕਰਦੇ ਹਾਂ, ਤੇ ਜਦੋਂ ਕੱਪੜਾ ਸਿਲਾਈ ਕਰਕੇ ਆਪਾਂ ਪੈਰ ਥੱਲਿਓਂ ਕੱਢਣਾ ਹੁੰਦਾ ਹੈ, ਜਦੋਂ ਆਪਾਂ ਉਹਨੂੰ ਥੱਲੇ ਕਰਦੇ ਹਾਂ ਪੈਰ ਥੱਲੇ ਆ ਜਾਂਦਾ ਹੈ, ਕੱਪੜਾ ਜਿਹੜਾ ਉਹ ਸਾਡਾ ਪਕੜ 'ਚ ਆ ਜਾਂਦਾ ਹੈ। ਤੇ ਜਦੋਂ ਅਸੀਂ ਸਿਲਾਈ ਲਗਾ ਲੈਂਦੇ ਹਾਂ ਫਿਰ ਕੀ ਹੈ, ਉਹ ਪੈਰ ਜਿਹੜਾ ਉਹ ਉੱਪਰ ਨੂੰ ਆਪਾਂ ਚੁੱਕ ਦਿੰਦੇ ਆ ਇਹਨੂੰ ਪ੍ਰੈਸ਼ਰ ਫੁੱਟਬਾਰ ਲਿਫਟਰ ਨੂੰ, ਤੇ ਸਾਡਾ ਜਿਹੜਾ ਪੈਰ ਹੈ ਉਹ ਉੱਪਰ ਚੁੱਕਿਆ ਜਾਂਦਾ, ਆਪਾਂ ਕੱਪੜਾ ਜਿਹੜਾ ਉਹ ਮਸ਼ੀਨ ਥੱਲੇ ਕੱਢ ਸਕਦੇ ਹਾਂ। ਉਸ ਤੋਂ ਬਾਅਦ ਇਸ ਹਿੱਸੇ ਵਿੱਚ ਇੱਕ ਆਂਦਾ ਹੈ ਕਲੈਂਪ ਸਕਰੂ। ਕਲੈਂਪ ਸਕਰੂ ਕੀ ਹੈ? ਇਹਨੂੰ ਆਪਾਂ ਨੀਡਲ ਕਲੈਂਪ ਵੀ ਕਹਿੰਦੇ ਆ, ਪੰਜਾਬੀ 'ਚ ਇਹਨੂੰ ਆਪਾਂ ਚੁਟਕੀ ਵੀ ਕਹਿੰਦੇ ਆ। ਇਹਦੇ ਨਾਲ ਕੀ ਹੈ, ਜਿਹੜੀ ਹੈ ਸੂਈ ਫਿੱਟ ਕੀਤੀ ਜਾਂਦੀ ਹੈ। ਸਕਰੂ ਹੁੰਦਾ ਹੈ, ਜਦੋਂ ਆਪਾਂ ਸੂਈ ਲਗਾਉਣੀ ਹੋਵੇ ਆਪਾਂ ਕੀ ਕਰਦੇ ਆ, ਇਹਨੂੰ ਲੂਜ਼ ਕਰਕੇ ਸੂਈ ਵਿੱਚ ਠੀਕ ਢੰਗ ਨਾਲ ਸੈੱਟ ਕਰਕੇ ਦੁਬਾਰਾ ਇਹਨੂੰ ਆਪਾਂ ਕੱਸ ਦਿੰਦੇ ਆ। ਉਸ ਤੋਂ ਬਾਅਦ ਸਾਡੇ ਮੱਥੇ ਦਾ ਹਿੱਸਾ ਆਉਂਦਾ ਹੈ ਨੀਡਲ ਬਾਰ। ਜਿਸ ਤਰ੍ਹਾਂ ਪ੍ਰੈਸ਼ਰ ਫੁੱਟ ਬਾਰ ਹੈ ਉਸੇ ਤਰ੍ਹਾਂ ਨੀਡਲ ਬਾਰ ਹੁੰਦੀ ਹੈ। ਦੋਨੋਂ ਇਕੱਠੇ ਹੁੰਦੇ, ਤੁਸੀਂ ਮਸ਼ੀਨ 'ਚ ਦੇਖਿਆ ਹੋਵੇਗਾ, ਦੋ ਲੱਠਾਂ ਹੁੰਦੀਆਂ, ਇੱਕ ਤੇ ਪੈਰ ਲੱਗਾ ਹੁੰਦਾ ਹੈ, ਇੱਕ ਤੇ ਸੂਈ ਲੱਗੀ ਹੁੰਦੀ ਹੈ। ਤੇ ਨੀਡਲ ਬਾਰ ਕਿਹੜੀ ਹੈ? ਜਿਹਦੇ ਤੇ ਸੂਈ ਲੱਗੀ ਹੁੰਦੀ ਹੈ, ਥੱਲੇ ਸੂਈ ਲੱਗੀ ਹੁੰਦੀ ਹੈ ਨੀਡਲ ਬਾਰ ਤੇ, ਭਾਵ ਉਹ ਰੋਡ ਜਿਹਦੇ ਤੇ ਆਪਾਂ ਸੂਈ ਫਿੱਟ ਕਰਦੇ ਹਾਂ, ਉਹ ਹੈ ਸਾਡੀ ਨੀਡਲ ਬਾਰ। ਉਸ ਤੋਂ ਬਾਅਦ ਸਾਡੇ ਮੱਥੇ ਵਾਲੇ ਹਿੱਸੇ ਵਿੱਚ ਆਂਦਾ ਹੈ ਥ੍ਰੈਡ ਟੈਂਸ਼ਨ ਡਿਵਾਈਸ। ਥ੍ਰੈਡ ਟੈਂਸ਼ਨ ਡਿਵਾਈਸ ਕੀ ਹੈ? ਮੱਥੇ ਦੇ ਇਸ ਸਾਈਡ ਨੂੰ ਤੁਸੀਂ ਦੇਖ ਰਹੇ ਹੋ ਥ੍ਰੈਡ ਟੈਂਸ਼ਨ ਡਿਵਾਈਸ, ਜਿਹਦੇ ਵਿੱਚ ਕੀ ਹੈ, ਅਸੀਂ ਧਾਗਾ ਪਾਉਂਦੇ ਹਾਂ। ਦੋ ਜਿਹੜੀਆਂ ਡਿਸਕ ਲੱਗੀਆਂ ਹੁੰਦੀਆਂ, ਡਿਸਕ ਤੋਂ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਆ ਦੋ ਥਾਲੀਆਂ ਜਿਹੀਆਂ ਲੱਗੀਆਂ ਹੁੰਦੀਆਂ, ਜਿਨ੍ਹਾਂ ਨੂੰ ਥਾਲੀਆਂ ਆਪਾਂ ਕਹਿ ਸਕਦੇ ਹਾਂ। ਤੇ ਇਹਨਾਂ ਦੇ ਅੱਗੇ ਇੱਕ ਨਟ ਲੱਗਾ ਹੁੰਦਾ ਹੈ। ਨਟ ਨਾਲ ਕੀ ਹੈ, ਜਿਹੜਾ ਧਾਗੇ ਦਾ ਖਿਚਾਓ ਆ ਉਹ ਘੱਟ ਵੱਧ ਕੀਤਾ ਜਾਂਦਾ ਹੈ। ਜਦੋਂ ਆਪਾਂ ਸੂਈ 'ਚ ਧਾਗਾ ਪਾਉਂਦੇ ਆ ਤਾਂ ਧਾਗੇ ਦੇ ਖਿਚਾਓ ਵਾਸਤੇ ਅਸੀਂ ਇਹ ਥ੍ਰੈਡ ਟੈਂਸ਼ਨ ਡਿਵਾਈਸ ਵਿੱਚੋਂ ਧਾਗਾ ਲੰਘਾਉਂਦੇ ਆ, ਤਾਂ ਜਿਹੜਾ ਸਾਡਾ ਧਾਗੇ ਦਾ ਕੰਟਰੋਲ ਹੈ ਉਹ ਠੀਕ ਰਹਿੰਦਾ ਹੈ। ਫਿਰ ਇਹਦਾ ਇੱਕ ਪਾਰਟ ਹੈ ਇਸੇ ਉਹਦੇ ਦਾ ਅੱਗੇ ਟੈਂਸ਼ਨ ਨਟ, ਜਿੱਦਾਂ ਇਹ ਟੈਂਸ਼ਨ ਡਿਸਕ ਸੀਗੀਆਂ, ਇਦਾਂ ਟੈਂਸ਼ਨ ਨਟ, ਜਿੱਥੇ ਤੁਸੀਂ 1 ਨੰਬਰ ਪਿਆ ਦੇਖ ਰਹੇ ਹੋ ਟੈਂਸ਼ਨ ਨਟ ਹੈ। ਉਹ ਕੀ ਹੈ? ਟੈਂਸ਼ਨ ਡਿਸਕ ਦੇ ਅੱਗੇ ਇੱਕ ਲੱਗਾ ਹੁੰਦਾ ਨਟ, ਅੱਗੇ ਇੱਕ ਸਪਰਿੰਗ ਹੁੰਦਾ, ਸਪਰਿੰਗ ਦੇ ਅੱਗੇ ਇੱਕ ਨਟ ਲੱਗਾ ਹੁੰਦਾ, ਤੇ ਇਸ ਨਟ ਦਾ ਜਿਹੜਾ ਪ੍ਰਯੋਗ ਹੈ ਉਹ ਧਾਗੇ ਦਾ ਖਿਚਾਓ ਠੀਕ ਕਰਨ ਵਾਸਤੇ ਕੀਤਾ ਜਾਂਦਾ ਹੈ, ਕਿ ਧਾਗੇ ਦਾ ਜਿਹੜਾ ਖਿਚਾਓ ਹੈ ਉਹ ਠੀਕ ਹੋਵੇ। ਇਹਦੇ ਨਾਲ ਕੀ ਫਰਕ ਪੈਂਦਾ ਹੈ ਕਿ ਜੇ ਆਪਾਂ ਇਹ ਥ੍ਰੈਡ ਟੈਂਸ਼ਨ ਡਿਵਾਈਸ ਜ਼ਿਆਦਾ ਖਿੱਚ ਦਈਏ, ਜ਼ਿਆਦਾ ਮਤਲਬ ਕੱਸ ਦਈਏ,
ਤਾਂ ਉਹਦੇ ਨਾਲ ਕੀ ਹੁੰਦਾ ਹੈ, ਜਿਹੜਾ ਸਾਡਾ ਧਾਗੇ ਦਾ ਖਿਚਾਓ ਹੈ ਉਹ ਬਹੁਤ ਜ਼ਿਆਦਾ ਧਾਗਾ ਕੱਸਿਆ ਜਾਂਦਾ ਹੈ, ਉਹਦੇ ਨਾਲ ਧਾਗਾ ਟੁੱਟ ਜਾਂਦਾ ਹੈ। ਕਈ ਵਾਰ ਧਾਗਾ ਬਾਰ-ਬਾਰ ਟੁੱਟਦਾ ਹੈ, ਅਸੀਂ ਸੋਚਦੇ ਹਾਂ ਕਿ ਕੀ ਪ੍ਰੋਬਲਮ ਕਿੱਥੇ ਆ ਰਹੀ ਹੈ। ਉੱਥੇ ਕੀ ਹੁੰਦਾ ਹੈ, ਕਈ ਵਾਰ ਇਹ ਨਟ ਜ਼ਿਆਦਾ ਕੱਸਿਆ ਗਿਆ ਹੁੰਦਾ ਹੈ, ਉਹਦੇ ਨਾਲ ਕੀ ਹੈ, ਧਾਗਾ ਸਾਡਾ ਉੱਪਰ ਵਾਲਾ ਬਾਰ-ਬਾਰ ਟੁੱਟਦਾ ਹੈ। ਉਸ ਤੋਂ ਬਾਅਦ ਸਾਡਾ ਆਂਦਾ ਟੇਕ ਅਪ ਲੀਵਰ। ਟੇਕ ਅਪ ਲੀਵਰ ਹੈ ਜਿਹੜਾ, ਉਹਨੂੰ ਆਪਾਂ ਥ੍ਰੈਡ ਟੇਕ ਅਪ ਲੀਵਰ ਵੀ ਲਿਖਦੇ ਹਾਂ, ਜਿਹੜਾ ਕਿ ਇਸ ਸਲਾਈਡ ਵਿੱਚ ਤੁਸੀਂ 5 ਨੰਬਰ ਤੇ ਲਿਖਿਆ ਦੇਖ ਰਹੇ ਹੋ, ਥ੍ਰੈਡ ਟੇਕ ਅਪ ਲੀਵਰ। ਇਹਦਾ ਕੀ ਫੰਕਸ਼ਨ ਹੁੰਦਾ ਤੁਸੀਂ ਦੇਖਿਆ ਹੋਊਗਾ, ਇੱਕ ਜਦੋਂ ਆਪਾਂ ਸੂਈ 'ਚ ਧਾਗਾ ਪਾਉਂਦੇ ਆ ਤਾਂ ਅੱਗੇ ਇੱਕ ਜਿਹਨੂੰ ਪੰਜਾਬੀ 'ਚ ਆਪਾਂ ਨੱਥ ਕਹਿੰਦੇ ਆ, ਘੁੰਡੀ ਜੀ ਬਣੀ, ਉਹਦੇ ਵਿੱਚ ਇੱਕ ਜਿਹਨੂੰ ਆਪਾਂ ਕਹਿੰਦੇ ਆ ਆਈਲੈਟ ਹੁੰਦਾ, ਹੋਲ ਹੁੰਦਾ, ਉਹਦੇ ਵਿੱਚੋਂ ਅਸੀਂ ਧਾਗਾ ਲੈ ਕੇ ਜਾਂਦੇ ਆ। ਉਸ ਵਿੱਚੋਂ ਜਦੋਂ ਆਪਾਂ ਧਾਗਾ ਪਾਉਂਦੇ ਆ, ਉਹ ਧਾਗੇ ਨੂੰ ਸਹੀ ਦਿਸ਼ਾ ਵਿੱਚ ਥ੍ਰੈਡ ਟੈਂਸ਼ਨ ਡਿਵਾਈਸ ਵਿੱਚੋਂ ਲੈ ਕੇ ਅੱਗੇ ਸੂਈ ਤੱਕ ਉਹ ਪਹੁੰਚਾਉਂਦਾ ਹੈ। ਇਹਦਾ ਵੀ ਠੀਕ ਹੋਣਾ ਜ਼ਰੂਰੀ ਹੁੰਦਾ ਹੈ। ਜੇ ਕਈ ਵਾਰ ਇਹ ਵਿੰਗਾ ਟੇਢਾ ਹੋਵੇ ਤਾਂ ਵੀ ਸਾਡੀ ਜਿਹੜੀ ਮਸ਼ੀਨ ਹੈ ਉਹ ਸਹੀ ਢੰਗ ਨਾਲ ਕੰਮ ਨਹੀਂ ਕਰਦੀ। ਇਸ ਤੋਂ ਬਾਅਦ ਸਾਡੇ ਫੇਸ ਪਲੇਟ ਵਿੱਚ ਆਉਂਦਾ ਹੈ ਥ੍ਰੈਡ ਗਾਈਡ, ਜਿੱਥੇ ਆਪਾਂ ਥ੍ਰੈਡ ਟੇਕ ਅਪ ਲੀਵਰ ਦੇ ਥੱਲੇ, ਜਿਹੜਾ ਆਪਾਂ ਹੁਣੇ ਕੀਤਾ ਹੈ ਟੇਕ ਅਪ ਲੀਵਰ, ਉਹਦੇ ਥੱਲੇ ਕੀ ਹੈ, ਇੱਕ ਛੋਟੀ ਜੀ ਹੁੱਕ ਲੱਗੀ ਹੁੰਦੀ ਹੈ। ਜਦੋਂ ਆਪਾਂ ਉਹਦੇ 'ਚ ਧਾਗਾ ਪਾਉਂਦੇ ਆ, ਉਸ ਤੋਂ ਬਾਅਦ ਅਸੀਂ ਧਾਗੇ ਨੂੰ ਉਸ ਹੁੱਕ ਵਿੱਚੋਂ ਲਿਜਾ ਕੇ ਫਿਰ ਅੱਗੇ ਸੂਈ ਤੱਕ ਪਹੁੰਚਾਉਂਦੇ ਆ। ਇਹਦਾ ਫੰਕਸ਼ਨ ਕੀ ਹੁੰਦਾ ਹੈ ਕਿ ਇਹਦੇ ਵਿੱਚ ਪਾਉਣ ਨਾਲ ਜਿਹੜਾ ਧਾਗਾ ਹੈ ਉਹ ਉਲਝਦਾ ਨਹੀਂ ਹੈ ਤੇ ਸਾਡੇ ਜਿਹੜਾ ਸੂਈ ਤੱਕ ਹੈ ਉਹ ਸਹੀ ਢੰਗ ਨਾਲ ਜਾਂਦਾ ਹੈ। ਉਸ ਤੋਂ ਬਾਅਦ ਫੇਸ ਪਲੇਟ ਦਾ ਅੱਗੇ ਹੈਗਾ ਨੀਡਲ ਪਲੇਟ। ਨੀਡਲ ਪਲੇਟ ਤੁਸੀਂ ਦੇਖ ਰਹੇ ਹੋ ਪੁਆਇੰਟ ਨੰਬਰ 9 ਤੇ ਨੀਡਲ ਪਲੇਟ ਦਾ ਐਰੋ ਪਾਇਆ ਹੋਇਆ। ਨੀਡਲ ਪਲੇਟ ਕੀ ਹੈ, ਸੂਈ ਦੇ ਬਿਲਕੁਲ ਹੇਠਾਂ ਲੱਗੀ ਹੁੰਦੀ ਹੈ ਤੇ ਸੂਈ ਦੇ ਥੱਲੇ ਕੀ ਹੈ, ਇਸ ਪਲੇਟ ਤੇ ਇੱਕ ਸੁਰਾਖ ਹੁੰਦਾ ਹੈ, ਜਿਸ ਸੁਰਾਖ ਵਿੱਚੋਂ ਜਿਹੜੀ ਸਾਡੀ ਸੂਈ ਹੈ ਉਹ ਹੇਠਾਂ ਜਾਂਦੀ ਹੈ ਤੇ ਨਾਲ ਇਹਦੇ ਤੇ ਦੰਦਰਾਲ ਲਈ ਪੋਰਸ਼ਨ ਬਣਿਆ ਹੁੰਦਾ ਹੈ ਸਾਡੀ ਨੀਡਲ ਪਲੇਟ ਤੇ ਜਿਹੜਾ ਸੁਰਾਖ ਹੈ ਉਹ ਸੂਈ ਦੇ ਬਿਲਕੁਲ ਥੱਲੇ ਹੁੰਦਾ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਇੱਕ ਸਾਡੀ ਨੀਡਲ ਪਲੇਟ ਹੁੰਦੀ ਲੱਗੀ ਇਸ ਫੇਸ ਪਲੇਟ ਤੇ ਇੱਕ ਸਾਡੀ ਹੁੰਦੀ ਹੈ ਸਲਾਈਡ ਪਲੇਟ। ਸਲਾਈਡ ਪਲੇਟ ਕਿਹੜੀ ਹੈ, ਜਿਹੜੀ ਆਪਾਂ ਨੀਡਲ ਪਲੇਟ ਹੈ ਇਹਦੇ ਬਿਲਕੁਲ ਖੱਬੀ ਸਾਈਡ ਤੇ ਜਿਹੜੀ ਆਪਾਂ ਦੇਖ ਰਹੇ ਹਾਂ ਸਲਾਈਡ। ਠੀਕ ਹੈ ਜੀ, 10 ਨੰਬਰ ਨਾਲ ਤੁਸੀਂ ਦੇਖ ਰਹੇ ਹੋ ਥੱਲੇ ਉਹਨੂੰ ਸ਼ੋ ਕੀਤਾ ਹੋਇਆ ਸਲਾਈਡ ਪਲੇਟ ਨੂੰ। ਸਲਾਈਡ ਤੋਂ ਆਪਾਂ ਸਮਝਦੇ ਹਾਂ ਕਿਹੜੀ ਹੁੰਦੀ ਹੈ, ਉਹ ਪਲੇਟ ਸਲਾਈਡ ਕੀ ਹੈ, ਖਿਸਕਣਾ, ਕਿ ਜਿਸ ਪਲੇਟ ਨੂੰ ਆਪਾਂ ਖਿਸਕਾ ਸਕਦੇ ਹਾਂ। ਤੇ ਇਸ ਪਲੇਟ ਨੂੰ ਸਲਾਈਡ ਕਦੋਂ ਕੀਤਾ ਜਾਂਦਾ ਹੈ, ਕਦੋਂ ਖਿਸਕਾਉਣ ਦੀ ਸਾਨੂੰ ਲੋੜ ਪੈਂਦੀ ਹੈ, ਜਦੋਂ ਆਪਾਂ ਮਸ਼ੀਨ ਦੇ ਥੱਲੇ ਸ਼ਟਲ 'ਚ ਡੱਬੀ ਫਿਰਕੀ ਪਾਉਣੀ ਹੁੰਦੀ ਹੈ ਜਾਂ ਆਪਾਂ ਕੱਢਣੀ ਹੁੰਦੀ ਹੈ, ਫਿਰ ਆਪਾਂ ਇਸ ਪਲੇਟ ਨੂੰ ਜਿਹੜਾ ਉਹ ਸਲਾਈਡ ਕਰਦੇ ਆ। ਇਹਦੇ ਸਲਾਈਡ ਕਰਨ ਲਈ ਹਲਕਾ ਜਿਹਾ ਇਸ ਸਾਈਡ ਤੇ ਹੋਲ ਵੀ ਕੀਤਾ ਹੁੰਦਾ, ਇੱਕ ਪੱਤੀ ਜੀ ਲੱਗੀ ਹੁੰਦੀ ਹੈ ਜਿਹਦੇ ਨਾਲ ਆਸਾਨੀ ਨਾਲ ਅਸੀਂ ਇਹਨੂੰ ਸਾਈਡ ਤੇ ਕਰਕੇ ਆਪਣੇ ਡੱਬੀ ਫਿਰਕੀ ਪਾ ਸਕਦੇ ਹਾਂ। ਉਸ ਤੋਂ ਬਾਅਦ ਜਿਹੜਾ ਪੁਰਜਾ ਸਾਨੂੰ ਇਸ ਪਾਰਟ ਤੇ ਨਜ਼ਰ ਆਉਂਦਾ ਹੈ ਉਹ ਹੈਗਾ ਫੀਡ ਡੌਗ। ਫੀਡ ਡੌਗ ਤੋਂ 21 ਨੰਬਰ ਪੁਆਇੰਟ ਤੇ ਤੁਸੀਂ ਦੇਖ ਰਹੇ ਹੋ ਫੀਡ ਡੌਗ, ਇਹ ਹੈ ਮਸ਼ੀਨ ਦੀ ਦੰਦਰਾਲ, ਜਿਹੜੇ ਕਿ ਨੀਡਲ ਦੇ ਥੱਲੇ ਜਿਹੜੀ ਪਲੇਟ ਹੈ ਨੀਡਲ ਪਲੇਟ ਉਹਦੇ ਹੇਠਾਂ ਲੱਗੇ ਹੁੰਦੇ ਨੇ। ਤੇ ਇਹਨਾਂ ਦਾ ਕੀ ਫੰਕਸ਼ਨ ਹੁੰਦਾ ਹੈ, ਦੰਦਰਾਲ ਦਾ ਕੀ ਫੰਕਸ਼ਨ ਹੈ, ਕੱਪੜੇ ਨੂੰ ਇਹ ਅੱਗੇ ਕਰਦੇ ਹੈ। ਜੇਕਰ ਦੰਦਰਾਲ ਮਸ਼ੀਨ ਦੀ ਸਹੀ ਨਾ ਹੋਵੇ ਤਾਂ ਸਾਡਾ ਜਿਹੜਾ ਕੱਪੜਾ ਉਹ ਸਹੀ ਢੰਗ ਨਾਲ ਅੱਗੇ ਨਹੀਂ ਹੁੰਦਾ। ਤੇ ਜਦੋਂ ਆਪਾਂ ਇਸ ਮਸ਼ੀਨ ਤੇ ਕਢਾਈ ਤੇ ਇਹਨੂੰ ਐਡਜਸਟ ਕਰਦੇ ਹਾਂ ਫਿਰ ਅਸੀਂ ਇਸ ਦੰਦਰਾਲ ਨੂੰ ਥੱਲੇ ਕਰ ਲੈਂਦੇ ਹਾਂ। ਇਸ ਤੋਂ ਬਾਅਦ ਆ ਜਾਂਦੇ ਆ ਸਾਡੇ, ਇਹ ਹੋ ਗਏ ਸਾਡੇ ਫੇਸ ਪਲੇਟ ਦੇ ਪਾਰਟ। ਉਸ ਤੋਂ ਬਾਅਦ ਸਾਡੇ ਆ ਜਾਂਦੇ ਨੇ ਇਨਰ ਸਾਈਡ ਪਾਰਟ ਆਫ ਮਸ਼ੀਨ, ਕਿ ਉਹ ਮਸ਼ੀਨ ਦੇ ਉਹ ਹਿੱਸੇ ਜਿਹੜੇ ਸਾਨੂੰ ਮਸ਼ੀਨ ਦੇ ਜਦੋਂ ਆਪਾਂ ਮਸ਼ੀਨ ਨੂੰ ਉੱਪਰ ਚੱਕਦੇ ਆ ਅੰਦਰਲੀ ਸਾਈਡ ਤੇ ਦਿਖਾਈ ਦਿੰਦੇ, ਸਿੱਧੀ ਰੱਖੀ ਮਸ਼ੀਨ ਤੇ ਜਿਹੜੇ ਸਾਨੂੰ ਉਹ ਨਹੀਂ ਦਿਸਦੇ। ਅੰਦਰਲੇ ਭਾਗ ਦੇ ਕਿਹੜੇ ਕਿਹੜੇ ਸਾਡੇ ਹਿੱਸੇ ਆ ਮਸ਼ੀਨ ਦੇ, ਸਭ ਤੋਂ ਪਹਿਲਾਂ ਹੈਗਾ ਬੋਬਿਨ। ਬੋਬਿਨ ਦਾ ਪਤਾ ਤੁਹਾਨੂੰ ਸਾਰਿਆਂ ਨੂੰ ਹੋਵੇਗਾ, ਫਿਰਕੀ। ਸਿਲਾਈ ਕਰਦੇ ਸਮੇਂ ਕੀ ਹੈ, ਇਹਦੇ ਤੇ ਧਾਗਾ ਭਰਿਆ ਜਾਂਦਾ ਹੈ, ਜਿਹੜਾ ਥੱਲੇ ਵਾਲਾ ਧਾਗਾ ਅਸੀਂ ਯੂਜ਼ ਕਰਨਾ ਹੁੰਦਾ ਉਹ ਅਸੀਂ ਫਿਰਕੀ ਤੇ ਭਰਦੇ ਹਾਂ। ਤੇ ਜੇ ਫਿਰਕੀ ਨੂੰ ਆਪਾਂ ਠੀਕ ਢੰਗ ਨਾਲ ਭਰੀਏ
ਤਾਂ ਇਹਦੇ ਤੇ 125 ਮੀਟਰ ਤੋਂ ਲੈ ਕੇ 130 ਮੀਟਰ ਤੱਕ ਜਿਹੜਾ ਧਾਗਾ ਹੈ ਉਹ ਭਰਿਆ ਜਾ ਸਕਦਾ ਹੈ। ਉਸ ਤੋਂ ਬਾਅਦ ਆਂਦਾ ਹੈ ਬੋਬਿਨ ਕੇਸ। ਬੋਬਿਨ ਕੇਸ ਤੋਂ ਭਾਵ ਫਿਰਕੀ ਦੀ ਜਿਹੜੀ ਡੱਬੀ ਹੈ। ਜਦੋਂ ਆਪਾਂ ਇਸ ਧਾਗੇ ਨੂੰ ਯੂਜ਼ ਕਰਨਾ ਹੁੰਦਾ ਹੈ ਤਾਂ ਅਸੀਂ ਇਹਨੂੰ ਫਿਰਕੀ ਨੂੰ ਕੀ ਹੈ ਡੱਬੀ ਵਿੱਚ ਫਿੱਟ ਕਰਦੇ ਹਾਂ। ਅੱਜ ਕੱਲ ਕਈ ਨਵੀਆਂ ਮਸ਼ੀਨਾਂ ਆ ਗਈਆਂ ਨੇ ਜਿਨ੍ਹਾਂ ਵਿੱਚ ਡੱਬੀ ਨਹੀਂ ਲਗਾਈ ਜਾਂਦੀ, ਉਹਨਾਂ ਵਿੱਚ ਜਿਹੜੀ ਹੈ ਉਹ ਡੱਬੀ ਤੋਂ ਬਿਨਾਂ ਹੀ ਫਿਰਕੀ ਨੂੰ ਇਸ ਢੰਗ ਨਾਲ ਸੈੱਟ ਕੀਤਾ ਜਾਂਦਾ ਹੈ ਜਿਹਦੇ ਨਾਲ ਜਿਹੜਾ ਹੈ ਧਾਗੇ ਦਾ ਖਿਚਾਓ ਉਹ ਠੀਕ ਹੁੰਦਾ ਹੈ। ਤੇ ਇਹਦੇ ਵਿੱਚ ਅਸੀਂ ਕੀ ਕਰਦੇ ਹਾਂ, ਇਹਦਾ ਫੰਕਸ਼ਨ ਕੀ ਹੁੰਦਾ ਹੈ ਕਿ ਅਸੀਂ ਜਿਹੜਾ ਥੱਲੇ ਵਾਲਾ ਧਾਗਾ ਹੈ ਉਹਦਾ ਖਿਚਾਓ ਡੱਬੀ ਦੇ ਜ਼ਰੀਏ, ਜਿਹੜਾ ਸਾਡਾ ਬੋਬਿਨ ਕੇਸ ਹੈ ਉਹਦੇ ਜ਼ਰੀਏ ਅਸੀਂ ਉਹਨੂੰ ਸੈੱਟ ਕਰਨਾ ਹੁੰਦਾ ਹੈ। ਕਿ ਡੱਬੀ ਦੇ ਉੱਪਰ ਇੱਕ ਛੋਟਾ ਜਿਹਾ ਪੇਚ ਲੱਗਾ ਹੁੰਦਾ ਹੈ, ਤੁਸੀਂ ਦੇਖਿਆ ਹੋਊਗਾ। ਜਦੋਂ ਆਪਾਂ ਧਾਗਾ ਪਾਉਂਦੇ ਹਾਂ ਤਾਂ ਅਸੀਂ ਧਾਗਾ ਹਲਕਾ ਜਿਹਾ ਜਦੋਂ ਉੱਪਰ ਲਿਆਂਦੇ ਹਾਂ ਮਸ਼ੀਨ ਦੇ, ਹਲਕਾ ਜਿਹਾ ਖਿੱਚ ਕੇ ਦੇਖਣਾ ਹੁੰਦਾ ਹੈ ਕਿ ਥੱਲੇ ਵਾਲਾ ਧਾਗਾ ਲੂਜ਼ ਤਾਂ ਨਹੀਂ ਆ ਰਿਹਾ। ਜੇ ਡੱਬੀ ਵਿੱਚ ਉਹ ਧਾਗਾ ਸਹੀ ਢੰਗ ਨਾਲ ਪਾਇਆ ਗਿਆ ਹੋਵੇ ਤਾਂ ਉਹ ਧਾਗਾ ਬਿਲਕੁਲ ਠੀਕ ਉੱਪਰ ਆਉਂਦਾ ਹੈ। ਤੇ ਜੇ ਉਹ ਜ਼ਿਆਦਾ ਕੱਸਿਆ ਗਿਆ ਹੋਵੇ ਨਟ ਤਾਂ ਧਾਗੇ ਦਾ ਖਿਚਾਓ ਵੱਧ ਜਾਂਦਾ ਹੈ। ਜੇ ਨਟ ਲੂਜ਼ ਰਹਿ ਗਿਆ ਹੋਵੇ ਤਾਂ ਜਿਹੜਾ ਧਾਗੇ ਦਾ ਖਿਚਾਓ ਹੈ ਉਹ ਘਟ ਜਾਂਦਾ ਹੈ। ਧਾਗਾ ਜਿਹੜਾ ਸਾਡਾ ਸਹੀ ਟੈਂਸ਼ਨ ਵਿੱਚ ਉੱਪਰ ਨਹੀਂ ਆਉਂਦਾ। ਉਸ ਤੋਂ ਬਾਅਦ ਸਾਡੇ ਜਿਹੜੇ ਅਗਲਾ ਇਨਰ ਸਾਈਡ ਪਾਰਟ ਆਫ ਮਸ਼ੀਨ ਹੈ ਉਹ ਹੈਗਾ ਸ਼ਟਲ। ਸ਼ਟਲ ਕਿਹੜਾ ਹੁੰਦਾ ਹੈ, ਜਿਹਦੇ ਵਿੱਚ ਅਸੀਂ ਇਹਦੇ ਵਿੱਚ ਦੇਖ ਰਹੇ ਹਾਂ 4 ਨੰਬਰ ਪੁਆਇੰਟ ਜੋ ਤੁਹਾਨੂੰ ਚਿੱਤਰ ਵਿੱਚ ਦਿਖਾਇਆ ਜਾ ਰਿਹਾ ਹੈ। ਕਈ ਵਾਰ ਅਸੀਂ ਪੂਰੇ ਪੋਰਸ਼ਨ ਨੂੰ ਹੀ ਸ਼ਟਲ ਸਮਝਣ ਲੱਗ ਪੈਂਦੇ ਹਾਂ। ਸ਼ਟਲ ਕੀ ਹੈ ਕਿ ਜਿਹੜਾ ਸਾਡਾ ਸ਼ਟਲ ਰੇਸ ਦੇ ਜਿਹੜਾ ਸੈਂਟਰ ਪੁਆਇੰਟ ਹੈ ਜਿਹਦੇ ਤੇ ਅਸੀਂ ਫਿਰਕੀ ਫਿੱਟ ਕੀਤੀ ਹੁੰਦੀ ਹੈ ਉਹਨੂੰ ਆਪਾਂ ਸ਼ਟਲ ਸੈਂਟਰ ਵਾਲਾ ਹਿੱਸਾ ਹੈ। ਇਹਦੇ ਤੇ ਕੀ ਹੈ, ਜਦੋਂ ਆਪਾਂ ਮਸ਼ੀਨ ਚਲਾਉਂਦੇ ਆ ਤਾਂ ਇਹ ਵਿੱਚ ਘੁੰਮਦਾ ਹੈ। ਉਸ ਤੋਂ ਬਾਅਦ ਆਂਦਾ ਹੈ ਸ਼ਟਲ ਡਰਾਈਵਰ। ਸ਼ਟਲ ਡਰਾਈਵਰ ਮਸ਼ੀਨ ਦੇ ਅੰਦਰੂਨੀ ਹਿੱਸੇ ਵਿੱਚ ਤੁਸੀਂ ਦੇਖਦੇ ਹੋ ਜਦੋਂ ਆਪਾਂ ਉਹਨੂੰ ਚੱਕਦੇ ਆ ਤਾਂ ਜਿਹੜਾ 2 ਪੇਚਾਂ ਨਾਲ, ਇਹਦੇ ਵਿੱਚ ਤੁਸੀਂ 5 ਨੰਬਰ ਤੇ ਦੇਖ ਰਹੇ ਹੋ ਕਿ ਜਿਹੜਾ ਹਿੱਸਾ 2 ਪੇਚਾਂ ਨਾਲ ਅਸੀਂ ਸੈੱਟ ਕੀਤਾ ਹੁੰਦਾ ਹੈ, ਜਿਹਦੇ ਵਿੱਚ ਆਪਾਂ ਉਹ ਸ਼ਟਲ ਸੈੱਟ ਕਰਦੇ ਆ, ਜਿਹਦੇ ਵਿੱਚ ਆਪਾਂ ਡੱਬੀ ਫਿਰਕੀ ਪਾਉਂਦੇ ਆ। 2 ਪੇਚਾਂ ਨਾਲ ਜਦੋਂ ਆਪਾਂ ਜਿਹਨੂੰ ਆਪਾਂ ਸੈੱਟ ਕਰਦੇ ਆ ਉਹ ਹੈ ਸਾਡਾ ਸ਼ਟਲ ਡਰਾਈਵਰ। ਉਸ ਤੋਂ ਬਾਅਦ ਸਾਡੇ ਇਨਰ ਸਾਈਡ ਦਾ ਪਾਰਟ ਜਿਹੜਾ ਆਂਦਾ ਹੈ ਉਹ ਹੈਗੀ ਹੈ ਸ਼ਾਫਟ, ਸੌਰੀ ਸ਼ਟਲ ਰੇਸ ਸਪਰਿੰਗ। ਸ਼ਾਫਟ ਬਾਅਦ ਆਂਦੀ ਹੈ। ਸ਼ਟਲ ਦਾ ਇੱਕ ਹਿੱਸਾ ਹੈ ਜਿਹੜਾ ਤੁਸੀਂ 6 ਨੰਬਰ 'ਚ ਦੇਖ ਰਹੇ ਹੋ, ਸ਼ਟਲ ਰੇਸ ਸਪਰਿੰਗ। ਇਹ ਕੀ ਹੈ, ਜਿਹੜੀ ਹੈ ਸ਼ਟਲ ਡਰਾਈਵਰ ਦੇ ਉੱਪਰ, ਜਿਹੜਾ ਅਸੀਂ ਸ਼ਟਲ ਡਰਾਈਵਰ ਪਹਿਲਾਂ ਪੜ੍ਹਿਆ ਉਹਦੇ ਉੱਪਰ ਇੱਕ ਪੱਤੀ ਲੱਗੀ ਹੁੰਦੀ ਹੈ, ਇਹਦੇ ਉੱਪਰ ਇੱਕ ਪੇਚ ਲੱਗਾ ਹੁੰਦਾ ਹੈ ਖੋਲਣ ਵਾਸਤੇ। ਤੇ ਇਹ ਪੇਚ ਖੋਲਣ ਨਾਲ ਕੀ, ਜਦੋਂ ਆਪਾਂ ਇਸ ਪੇਚ ਨੂੰ ਖੋਲਦੇ ਹਾਂ ਇਹ ਪੱਤੀ ਹੈ ਜਿਹੜੀ ਉਹ ਸ਼ਟਲ ਡਰਾਈਵਰ ਨਾਲੋਂ ਅਲੱਗ ਹੋ ਜਾਂਦੀ ਹੈ। ਤੇ ਇਹਦੀ ਸਾਨੂੰ ਜ਼ਰੂਰਤ ਕਦੋਂ ਪੈਂਦੀ ਹੈ, ਜਦੋਂ ਅਸੀਂ ਮਸ਼ੀਨ ਦੀ ਸਫਾਈ ਕਰਦੇ ਸਮੇਂ ਜਾਂ ਸ਼ਟਲ ਵਿੱਚ ਕਿਤੇ ਧਾਗਾ ਫਸ ਗਿਆ ਹੋਵੇ, ਉਹ ਕੱਢਣ ਵਾਸਤੇ ਅਸੀਂ ਸ਼ਟਲ ਰੇਸ ਸਪਰਿੰਗ ਨੂੰ ਖੋਲਦੇ ਹਾਂ, ਫਿਰ ਅਸੀਂ ਉਹਦੀ ਸਫਾਈ ਕਰਦੇ ਹਾਂ। ਉਸ ਤੋਂ ਬਾਅਦ ਸਾਡੇ ਇਨਰ ਪਾਰਟ ਵਿੱਚ ਆਂਦੀ ਹੈ ਸ਼ਾਫਟ। ਤੁਸੀਂ ਦੇਖਿਆ ਹੋਵੇਗਾ ਜਦੋਂ ਅਸੀਂ ਮਸ਼ੀਨ ਨੂੰ ਉੱਪਰ ਚੱਕਦੇ ਹਾਂ ਤਾਂ ਹੇਠਾਂ 2-3 ਸਾਨੂੰ ਲੋਹੇ ਦੀਆਂ ਜਿਹੜੀਆਂ ਉਹ ਰੋੜਾਂ ਨਜ਼ਰ ਆਉਂਦੀਆਂ ਜਿਹਨਾਂ ਨੂੰ ਅਸੀਂ ਸ਼ਾਫਟਸ ਕਹਿੰਦੇ ਹਾਂ। ਤੇ ਇਹਦੇ ਨਾਲ ਕੀ ਹੁੰਦਾ ਹੈ ਕਿ ਜਿਹੜੀ ਸਾਡੀ ਸ਼ਟਲ ਰੇਸ ਹੈ ਔਰ ਜਿਹੜੀ ਡੀ ਹੈ ਉਹ ਕਨੈਕਟ ਇਹਨਾਂ ਸ਼ਾਫਟਸ ਦੇ ਜ਼ਰੀਏ ਹੁੰਦੀ ਹੈ। ਜਦੋਂ ਆਪਾਂ ਮਸ਼ੀਨ ਚਲਾਉਂਦੇ ਹਾਂ ਤਾਂ ਇਹ ਸਾਰੇ ਹਿੱਸੇ ਇਹਨਾਂ ਸ਼ਾਫਟ ਦੇ ਜ਼ਰੀਏ ਸਾਨੂੰ ਚੱਲਦੇ ਨਜ਼ਰ ਆਉਂਦੇ ਨੇ। ਇਹਨਾਂ ਨਾਲ ਹੀ ਇਹ ਸਾਰੇ ਪੁਰਜੇ ਜੁੜਦੇ ਨੇ। ਹੱਥੀ ਨੂੰ ਜਿਵੇਂ ਆਪਾਂ ਘੁਮਾਉਂਦੇ ਆ ਤਾਂ ਬਾਕੀ ਜਿਹੜੇ ਹਿੱਸੇ ਚੱਲਣ ਲੱਗਦੇ ਨੇ, ਉਹਨਾਂ ਨੂੰ ਜਿਹੜੀ ਚਲਾਉਣ ਵਾਲੀ ਜਿਹੜੇ ਕਨੈਕਟ ਕਰਦਾ ਪਾਰਟ ਹੈ ਉਹ ਇਹ ਸ਼ਾਫਟਸ ਹੀ ਹੁੰਦੀਆਂ ਹੈ। ਇਹ ਹੈ ਸਾਡੀ ਮਸ਼ੀਨ ਦੇ ਉਹ ਹਿੱਸੇ ਜਿਹੜੇ ਸਾਨੂੰ ਇੱਕ ਜਿਹੜੀ ਹੈ ਹੱਥ ਵਾਲੀ ਮਸ਼ੀਨ ਹੈ ਉਹਦੇ ਵਿੱਚ ਇਹ ਸਾਰੇ ਹੁੰਦੇ ਆ। ਤੇ ਇਸ ਸਾਰੇ ਨੂੰ ਇੱਕ ਲੱਕੜ ਦੇ, ਜਿਹਨੂੰ ਆਪਾਂ ਕਹਿੰਦੇ ਆ ਹਲਕੇ ਟੇਬਲ ਤੇ, ਜਿਹੜਾ ਸਾਡਾ ਮਸ਼ੀਨ ਦਾ ਸਟੈਂਡ ਹੁੰਦਾ ਉਹਦੇ ਤੇ ਸੈੱਟ ਕੀਤਾ ਹੁੰਦਾ ਹੈ। ਇਹ ਹੋ ਗਈ ਸਾਡੀ ਹੱਥ ਵਾਲੀ ਮਸ਼ੀਨ। ਤੇ ਜਦੋਂ ਸਾਡੀ ਪੈਰਾਂ ਵਾਲੀ ਮਸ਼ੀਨ ਹੁੰਦੀ ਹੈ ਉਹਦੇ ਵਿੱਚ ਅਸੀਂ ਜਿਹੜੇ ਅਗਲੇ ਹਿੱਸੇ ਆ ਉਹ ਆਂਦੇ ਆ ਸਾਡੇ ਇਹਦੇ ਪੈਰਾਂ ਵਾਲੇ ਭਾਗ ਦੇ, ਜਿਹੜੇ ਸਾਡੇ ਮਸ਼ੀਨ ਦੇ ਪੈਰ ਹੈ ਉਹਦੇ ਵਿੱਚ ਕਿਹੜੇ ਕਿਹੜੇ ਹਿੱਸੇ ਆਂਦੇ ਆ। ਸਭ ਤੋਂ ਪਹਿਲਾਂ ਆਂਦਾ ਹੈ ਪੈਰਾਂ ਵਾਲੇ ਹਿੱਸਿਆਂ ਵਿੱਚ ਜਿਹੜਾ ਸਟੈਂਡ ਹੈ, ਆਇਰਨ ਸਟੈਂਡ, ਜਿਹੜਾ ਲੋਹੇ ਦਾ ਬਾਹਰੀ ਹਿੱਸਾ ਹੈ, ਜਿਹੜਾ ਕਿ ਲੋਹੇ ਦਾ ਬਣਿਆ ਹੁੰਦਾ ਹੈ
ਪੂਰਾ ਜਿਹੜਾ ਬਾਹਰਲਾ ਪੋਰਸ਼ਨ ਹੈ ਉਹ ਹੈ ਸਾਡਾ ਆਇਰਨ ਸਟੈਂਡ। ਉਸ ਤੋਂ ਬਾਅਦ ਜਿਹੜਾ ਸੈਂਟਰ ਪੁਆਇੰਟ ਹੈ, ਜਿੱਥੇ ਤੁਸੀਂ ਲਿਖਿਆ ਪੜ੍ਹ ਰਹੇ ਹੋ ਮਸ਼ੀਨ ਦੀ ਕੰਪਨੀ ਦਾ ਨਾਮ, ਉਹਨੂੰ ਆਪਾਂ ਕਹਿੰਦੇ ਆ ਸੈਂਟਰ ਬ੍ਰੇਸ, ਜਿਹੜੀ ਕਿ ਲੋਹੇ ਦੀ ਪਟੜੀ ਹੈ, ਉਹਦੇ ਤੇ ਕੀ ਹੈ, ਕੰਪਨੀ ਦਾ ਨਾਮ ਲਿਖਿਆ ਹੁੰਦਾ ਹੈ ਕਿ ਕਿਹੜੀ ਕੰਪਨੀ ਦੀ ਹੈ। ਉਸ ਤੋਂ ਬਾਅਦ ਥੱਲੇ ਟ੍ਰੈਡਲ, ਭਾਵ ਉਹਦੇ ਪੈਰ, ਜਿਹਦੇ ਤੇ ਪੈਰ ਰੱਖ ਕੇ ਆਪਾਂ ਉਹਨੂੰ ਚਲਾਉਂਦੇ ਆ। ਹੋਰ ਇਹਦਾ ਪਾਰਟ ਹੁੰਦਾ ਹੈ ਬੈਲਟ, ਜਦੋਂ ਆਪਾਂ ਉੱਪਰ ਮਸ਼ੀਨ ਰੱਖੀ ਹੋਵੇ, ਫਲਾਈ ਵੀਲ, ਤੇ ਮਸ਼ੀਨ ਦੇ ਫਲਾਈ ਵੀਲ ਦੇ ਉੱਪਰੋਂ ਦੀ ਲਗਾਉਂਦੇ ਆ, ਤੇ ਜਦੋਂ ਆਪਾਂ ਪੈਰ ਚਲਾਉਂਦੇ ਆ ਤਾਂ ਇਹ ਬੈਲਟ ਨਾਲ ਹੀ ਜਿਹੜਾ ਸਾਡਾ ਫਲਾਈ ਵੀਲ ਘੁੰਮਦਾ ਹੈ, ਤੇ ਜਦੋਂ ਫਲਾਈ ਵੀਲ ਘੁੰਮਦਾ ਹੈ ਇਸ ਬੈਲਟ ਨਾਲ ਹੀ ਫਿਰ ਜਿਹੜੇ ਸਾਡੀ ਮਸ਼ੀਨ ਹੈ ਚਲਦੀ ਹੈ। ਉਸ ਤੋਂ ਬਾਅਦ ਆਂਦਾ ਹੈ ਬਿਗ ਫਲਾਈ ਵੀਲ। ਪਹਿਲਾਂ ਅਸੀਂ ਫਲਾਈ ਵੀਲ ਕੀਤਾ ਜਿਹੜਾ ਸਾਡੀ ਮਸ਼ੀਨ ਤੇ ਲੱਗਾ ਹੁੰਦਾ ਹੈ। ਬਿਗ ਫਲਾਈ ਵੀਲ ਕਿਹੜਾ ਹੈ? ਜਿਹੜਾ ਇਹ ਪੈਰਾਂ ਤੇ ਵੱਡਾ ਚੱਕਾ ਜਿਹੜਾ ਘੁੰਮਦਾ ਹੈ, ਬਿਗ ਫਲਾਈ ਵੀਲ, ਜਿਹੜਾ ਵੱਡਾ ਸਾਰਾ ਗੋਲ ਚੱਕਰ, ਜਿਹੜਾ ਜਦੋਂ ਬੈਲਟ ਜਿਹਦੇ ਤੇ ਆਪਾਂ ਚੜਾਉਂਦੇ ਆ, ਜਦੋਂ ਉਹ ਘੁੰਮਦਾ ਹੈ ਤਾਂ ਮਸ਼ੀਨ ਚੱਲਦੀ ਹੈ। ਇਹ ਹੈ ਸਾਡਾ ਬਿਗ ਫਲਾਈ ਵੀਲ। ਅੱਗੇ ਹੈ ਨੈਟ, ਮਤਲਬ ਜਾਲੀ। ਜਾਲੀ ਆਪਾਂ ਜਿਹੜਾ ਚੱਕਰ ਘੁੰਮਦਾ ਹੈ ਉਹਦੀ ਸਾਈਡ ਤੇ ਲਾਈ ਹੁੰਦੀ ਹੈ ਸੇਫਟੀ ਲਈ। ਉਸ ਤੋਂ ਬਾਅਦ ਆ ਜਾਂਦਾ ਹੈ ਟੇਬਲ। ਟੇਬਲ ਤੋਂ ਭਾਵ ਉੱਪਰਲਾ ਫੱਟਾ ਹੈ, ਜਿਹਦੇ ਤੇ ਜਿਹੜੀ ਹੈ ਉਹ ਮਸ਼ੀਨ ਫਿੱਟ ਕੀਤੀ ਜਾਂਦੀ ਹੈ। ਸਾਰੀ ਮਸ਼ੀਨ ਹੈ ਜਿਹੜੀ ਉਹ ਉੱਪਰ ਟੇਬਲ ਤੇ ਸੈੱਟ ਕੀਤੀ ਹੁੰਦੀ ਹੈ। ਹੋਰ ਇਹਦੇ ਵਿੱਚ ਜੋ ਸਾਨੂੰ ਨਜ਼ਰ ਆ ਰਿਹਾ ਹੈ ਖੱਬੇ ਹੱਥ, ਦਰਾਜ। ਦਰਾਜ 'ਚ ਕੀ ਹੁੰਦਾ ਹੈ ਕਿ ਜਿਹੜੀ ਪੈਰਾਂ ਵਾਲੀ ਮਸ਼ੀਨ ਹੈ ਉਹਦੀ ਸਾਈਡ ਤੇ ਖੱਬੇ ਹੱਥ ਇੱਕ ਦਰਾਜ ਲਾਈ ਹੁੰਦੀ ਹੈ। ਉਹਦੇ ਵਿੱਚ ਕੀ ਹੈ, ਅਸੀਂ ਛੋਟਾ ਸਮਾਨ ਜਿਵੇਂ ਸਾਡਾ ਮਾਰਕਰ, ਤਰਪਾਈ ਵਾਸਤੇ ਸੂਈ ਵਗੈਰਾ ਆਪਾਂ ਰੱਖ ਸਕਦੇ ਹਾਂ। ਛੋਟਾ ਜਿਹੜਾ ਸਮਾਨ ਹੈ ਉਹ ਸਾਰਾ ਰੱਖਣ ਲਈ ਇਹਦੀ ਸਾਈਡ ਤੇ ਇੱਕ ਦਰਾਜ ਲਗਾਈ ਹੁੰਦੀ ਹੈ। ਉਸ ਤੋਂ ਬਾਅਦ ਆ ਜਾਂਦਾ ਹੈ ਮਸ਼ੀਨ ਕਵਰ। ਉਹ ਜਿਹੜਾ ਮਸ਼ੀਨ ਦੇ ਨਾਲ ਵੀ ਮਿਲਦਾ ਹੈ, ਅਸੀਂ ਆਪ ਵੀ ਤਿਆਰ ਕਰ ਸਕਦੇ ਹਾਂ ਕਿ ਸਾਡੀ ਮਸ਼ੀਨ ਜਿਹੜੀ ਖਰਾਬ ਨਾ ਹੋਵੇ, ਉਹਨੂੰ ਢੱਕ ਕੇ ਰੱਖਣ ਲਈ ਅਸੀਂ ਜਿਹੜਾ ਉਹ ਮਸ਼ੀਨ ਕਵਰ ਲਗਾਇਆ ਹੁੰਦਾ ਹੈ। ਉਸ ਤੋਂ ਬਾਅਦ ਪੈਰਾਂ ਦਾ ਇੱਕ ਪਾਰਟ ਆਂਦਾ ਹੈ ਨਟ, ਜਿਹੜਾ ਤੁਸੀਂ ਦੇਖ ਰਹੇ ਹੋ ਪੈਰਾਂ ਤੇ ਫਲਾਈ ਵੀਲ ਦੇ ਵਿੱਚ ਇੱਕ ਨਟ ਲੱਗਾ ਹੋਇਆ ਹੈ। ਇਸ ਨਟ ਨਾਲ ਕੀ ਹੁੰਦਾ ਹੈ ਕਿ ਜਿਹੜਾ ਉਹ ਮਸ਼ੀਨ ਹੈ ਉਹ ਪੈਰਾਂ ਨਾਲ ਕਨੈਕਟ ਹੁੰਦੀ ਹੈ। ਪੂਰੇ ਜਿਹੜੀ ਉੱਪਰ ਫਲਾਈ ਵੀਲ ਦੇ ਨਾਲ ਨਟ ਨਾਲ ਉਹਨੂੰ ਕਨੈਕਟ ਕੀਤਾ ਹੁੰਦਾ ਹੈ, ਤਾਂ ਹੀ ਜਦੋਂ ਆਪਾਂ ਪੈਰ ਚਲਾਉਂਦੇ ਆ ਤਾਂ ਜਿਹੜਾ ਉੱਪਰ ਬਿਗ ਫਲਾਈ ਵੀਲ ਹੈ, ਇਹਦਾ ਪੈਰਾਂ ਵਾਲਾ ਚੱਕਾ ਹੈ, ਉਹ ਘੁੰਮਣਾ ਸ਼ੁਰੂ ਹੁੰਦਾ ਹੈ। ਠੀਕ ਹੈ ਜੀ, ਇਹ ਹੈ ਸਾਰੇ ਪਾਰਟਸ ਸਾਡੀ ਮਸ਼ੀਨ ਦੇ, ਜਿਹੜੇ ਪੈਰਾਂ ਵਾਲੀ ਹੈ ਪੈਰਾਂ ਵਾਲੇ ਅਲੱਗ, ਤੇ ਜਿਹੜੀ ਸਾਡੀ ਹੱਥ ਵਾਲੀ ਮਸ਼ੀਨ ਹੈ ਉਹਦੇ ਵੀ ਸਾਰੇ ਜਿੰਨੇ ਵੀ ਪਾਰਟਸ ਹੈ ਛੋਟੇ ਛੋਟੇ, ਜਿਨ੍ਹਾਂ ਦੇ ਸਾਨੂੰ ਪਤਾ ਹੋਣਾ ਚਾਹੀਦਾ ਹੈ। ਸਾਡੀ ਰੋਜੀ ਰੋਟੀ ਹੈ ਕਿ ਕਿਹੜਾ ਪਾਰਟ ਸਾਡਾ ਕਿੱਥੇ ਆ। ਅਸੀਂ ਬਾਜ਼ਾਰ ਤੋਂ ਵੀ ਮਸ਼ੀਨ ਲੈਣ ਜਾਈਏ ਤਾਂ ਸਾਨੂੰ ਇਹ ਨੌਲੇਜ ਹੋਵੇ ਕਿ ਕਿਹੜੀ ਮਸ਼ੀਨ ਕਿਹੜੀ ਕੁਆਲਿਟੀ ਦੀ, ਕਿੱਥੇ ਕੁਆਲਿਟੀ ਦਾ ਨਾਮ ਹੋਣਾ, ਕਿਹੜੀ ਉਹਦੇ 'ਚ ਵਧੀਆ ਕੁਆਲਿਟੀ ਹੈ, ਤਾਂ ਕਿ ਅਸੀਂ ਸਹੀ ਚੂਜ਼ ਕਰ ਸਕੀਏ। ਆਪਣੇ ਘਰਾਂ 'ਚ ਵੀ ਅਸੀਂ ਇਹਦਾ ਫਾਇਦਾ ਲੈ ਸਕਦੇ ਹਾਂ। ਜਦੋਂ ਸਾਡੀ ਮਸ਼ੀਨ ਤਿਆਰ ਹੋ ਗਈ, ਉਸ ਤੋਂ ਬਾਅਦ ਜਦੋਂ ਆਪਾਂ ਸਿਲਾਈ ਵਿੱਚ ਜਾਂਦੇ ਹਾਂ ਤਾਂ ਸਾਡੇ ਲਈ ਜਿਹੜੀ ਮੇਨ ਚੀਜ਼ ਹੁੰਦੀ ਹੈ ਕਿ ਮਸ਼ੀਨ ਸਾਡੇ ਕੋਲ ਤਿਆਰ ਹੈ, ਉਸ ਤੋਂ ਬਾਅਦ ਜਿਹੜੀ ਸਾਨੂੰ ਨੌਲੇਜ ਹੋਣੀ ਚਾਹੀਦੀ ਹੈ ਉਹ ਹੈ ਐਡਜਸਟਿੰਗ ਦਾ ਸਟਿਚ ਫਾਰਮੇਸ਼ਨ। ਠੀਕ ਹੈ, ਸਟਿਚ ਫਾਰਮੇਸ਼ਨ ਤੋਂ ਕੀ ਭਾਵ ਹੈ ਕਿ ਸਾਨੂੰ ਜਿਹੜਾ ਉਹ ਸਟਿਚ ਹੈ ਉਹ ਐਡਜਸਟ ਕਰਨਾ ਆਉਂਦਾ ਹੋਣਾ ਚਾਹੀਦਾ, ਕਿ ਅਸੀਂ ਉਹਦੀ ਐਡਜਸਟਮੈਂਟ ਕਿਸ ਤਰ੍ਹਾਂ ਕਰਨੀ ਹੈ। ਜਿਵੇਂ ਕਿ ਅਸੀਂ ਮਸ਼ੀਨ ਸਾਰੀ ਸੈੱਟ ਕਰ ਲਈ, ਸਾਨੂੰ ਪਤਾ ਲੱਗ ਗਿਆ ਕਿ ਧਾਗਾ ਅਸੀਂ ਕਿੱਦਾਂ ਪਹਿਲਾਂ ਸਕੂਲ ਪਿੰਨ ਤੋਂ ਰੱਖਦੇ ਹੋਏ, ਫਿਰ ਅਸੀਂ ਕਿੱਧਰ ਦੀ ਧਾਗਾ ਟੇਕਅਪ ਲੀਵਰ 'ਚ ਪਾਉਣਾ ਹੈ, ਥ੍ਰੈਡ ਟੈਂਸ਼ਨ ਡਿਵਾਈਸ 'ਚ ਪਾਉਣਾ ਹੈ, ਥ੍ਰੈਡ ਗਾਈਡ 'ਚ ਪਾਉਣਾ ਹੈ, ਕਿੱਧਰੋਂ ਆਪਾਂ ਧਾਗਾ ਪਾ ਕੇ ਤੇ ਆਪਾਂ ਸੂਈ ਦੇ ਜਿਹਨੂੰ ਅਸੀਂ ਕਹਿੰਦੇ ਆ ਆਈ ਤੱਕ ਪਹੁੰਚਾਉਣਾ ਹੈ। ਇੱਥੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਸਾਡੇ ਜਿਹੜੀ ਸਿਲਾਈ ਮਸ਼ੀਨ ਦੀ ਸੂਈ ਹੈ ਉਹਦਾ ਵੀ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਵੱਖਰੇ ਵੱਖਰੇ ਅਸੀਂ ਕਿਹੜੇ ਵੱਖਰੇ ਵੱਖਰੇ ਪਾਰਟਸ ਹੁੰਦੇ ਆ। ਜਿੱਦਾਂ ਸਾਡੇ ਕੋਲ ਸਿਲਾਈ ਮਸ਼ੀਨ ਹੈ, ਉਹਦੀ ਸੂਈ ਆਪਾਂ ਸਾਰਿਆਂ ਨੇ ਦੇਖੀ ਹੈ, ਉਹਦੇ ਵੱਖਰੇ ਵੱਖਰੇ ਪਾਰਟ ਕਿਹੜੇ ਹੁੰਦੇ। ਸੂਈ ਦਾ ਜਿਹੜਾ ਸਭ ਤੋਂ ਉੱਪਰਲਾ ਹਿੱਸਾ ਹੈ, ਜਿਹੜਾ ਆਪਾਂ ਚੁਟਕੀ ਵਿੱਚ ਜਦੋਂ ਪਾਉਂਦੇ ਆ, ਸਭ ਤੋਂ ਉੱਪਰਲਾ ਹਿੱਸਾ ਜਿਹੜਾ ਹੁੰਦਾ ਹੈ ਉਹਨੂੰ ਆਪਾਂ ਕਹਿੰਦੇ ਆ ਸ਼ੈਂਕ, SHANK, ਸ਼ੈਂਕ। ਸ਼ੈਂਕ ਦੀ ਕੀ ਹੈ, ਇੱਕ ਉਹਦੀ ਫਲੈਟ ਸਾਈਡ ਹੁੰਦੀ ਹੈ, ਦੇਖਿਆ ਹੋਵੇਗਾ ਤੁਸੀਂ, ਇੱਕ ਉਹਦੀ ਰਾਉਂਡ ਸਾਈਡ ਹੁੰਦੀ ਹੈ। ਜਦੋਂ ਆਪਾਂ ਉਹਨੂੰ ਸੈੱਟ ਕਰਦੇ ਆ, ਜਿਹੜੀ ਰਾਉਂਡ ਸਾਈਡ ਆ ਉਹ ਆਪਾਂ ਬਾਹਰ ਨੂੰ ਕਰਦੇ ਆ, ਤੇ ਜਿਹੜੀ ਫਲੈਟ ਸਾਈਡ ਆ ਉਹਨੂੰ ਅਸੀਂ ਨੀਡਲ ਬਾਰ ਨਾਲ ਲਗਾਉਂਦੇ ਆ, ਫਿਰ ਆਪਾਂ ਚੁਟਕੀ ਨਾਲ ਉਹ ਸੂਈ ਨੂੰ ਸੈੱਟ ਕਰਦੇ ਆ।
ਉਸ ਤੋਂ ਅਗਲਾ ਜਿਹੜਾ ਹਿੱਸਾ ਆਂਦਾ ਹੈ ਉਹ ਹੈ ਸੂਈ ਦੀ ਸ਼ਾਫਟ, ਜਿਹਦੇ ਵਿੱਚ ਕਿ ਬਿਲਕੁਲ ਉਤੋਂ ਜਿਹੜੀ ਸਾਡਾ ਸ਼ੈਂਕ ਹੈ ਉਹ ਥੋੜੀ ਮੋਟਾਈ ਚ ਹੁੰਦਾ ਹੈ, ਉਹ ਥੋੜਾ ਉਤੋਂ ਬਰੀਕ ਹੁੰਦਾ ਹੈ, ਜਿਹਨੂੰ ਆਪਾਂ ਸ਼ਾਫਟ ਕਹਿੰਦੇ ਆ। ਉਹਦੇ ਜਿਹੜੇ ਦੋਨਾਂ ਸਾਈਡਾਂ ਤੋਂ ਇੱਕੋ ਜਿਹੀ ਹੁੰਦੀ ਹੈ। ਉਸ ਤੋਂ ਬਾਅਦ ਆਂਦਾ ਗਰੂਵ। ਗਰੂਵ ਤੋਂ ਭਾਵ ਜਿੱਥੇ ਸਾਡਾ ਸੂਈ ਦਾ ਨੱਕਾ ਹੈ, ਜਿਹਨੂੰ ਆਪਾਂ ਆਈ ਲਿਖਦੇ ਆ। ਸੂਈ ਦੇ ਨੱਕੇ ਨੂੰ ਕਈ ਵਾਰੀ ਸਾਨੂੰ ਪੇਪਰ ਚ ਆਂਦਾ ਹੈ ਸੂਈ ਦਾ ਪਾਰਟ ਦਿੱਤਾ ਹੁੰਦਾ ਹੈ ਕਿ ਦੱਸੋ ਇਹ ਕਿਹੜਾ ਪਾਰਟ ਹੈ। ਤੇ ਉਸ ਤੋਂ ਬਾਅਦ ਆਂਦਾ ਹੈ ਗਰੂਵ। ਗਰੂਵ ਕਿਹੜਾ ਹਿੱਸਾ ਹੈ? ਜਿਹੜਾ ਸੂਈ ਦੇ ਨੱਕੇ ਤੋਂ ਬਿਲਕੁਲ ਉੱਪਰ ਵਾਲਾ ਹਿੱਸਾ ਹੈ, ਉਹਨੂੰ ਆਪਾਂ ਲਿਖਦੇ ਹਾਂ ਗਰੂਵ, GROOVE, ਗਰੂਵ, ਸੂਈ ਦੇ ਉੱਪਰ ਦੇ ਬਿਲਕੁਲ ਵਾਲਾ ਹਿੱਸਾ। ਤੇ ਉਸ ਤੋਂ ਬਾਅਦ ਸੂਈ ਦਾ ਨੱਕਾ, ਜਿਹਨੂੰ ਅਸੀਂ ਲਿਖਦੇ ਹਾਂ ਆਈ। ਆਈ ਤੋਂ ਬਾਅਦ ਜਿੱਥੋਂ ਜਿਹੜਾ ਸੂਈ ਦਾ ਬਿਲਕੁਲ ਅਗਲਾ ਪੁਆਇੰਟ ਹੈ ਨੱਕੇ ਤੋਂ ਅੱਗੇ, ਜਿੱਥੇ ਜਿਹੜਾ ਹੋਲ ਹੈ, ਹੋਲ ਤੋਂ ਅੱਗੇ ਵਾਲਾ, ਉਹ ਹੈ ਪੁਆਇੰਟ। ਪੇਪਰ ਚ ਆਂਦਾ ਹੈ ਕਿ ਸੂਈ ਦਾ ਪੁਆਇੰਟ ਕਿਹੜਾ ਹੈ, ਆਈ ਕਿਹੜੀ ਹੈ, ਤਾਂ ਉਹ ਅਸੀਂ ਈਜ਼ੀਲੀ, ਜੇ ਸਾਨੂੰ ਇਹਦੀ ਨੌਲੇਜ ਹੋਊਗੀ ਤਾਂ ਆਪਾਂ ਈਜ਼ੀਲੀ ਉਹਨੂੰ ਕਰ ਸਕਦੇ ਹਾਂ। ਠੀਕ ਹੈ ਜੀ। ਜਦੋਂ ਆਪਾਂ ਸੂਈ ਤੱਕ ਧਾਗਾ ਪਹੁੰਚਾ ਲਿਆ, ਉਸ ਤੋਂ ਬਾਅਦ ਡੱਬੀ ਫਿਰਕੀ ਪਾ ਲਈ। ਡੱਬੀ ਫਿਰਕੀ ਪਾ ਕੇ ਫਿਰ ਅਸੀਂ ਕੀ ਕਰਨਾ ਹੁੰਦਾ ਹੈ? ਐਡਜਸਟਿੰਗ ਦਾ ਸਟਿਚ ਲੈਂਥ। ਅਸੀਂ ਉਸ ਤੋਂ ਬਾਅਦ ਕੀ ਕਰਨਾ ਹੁੰਦਾ ਹੈ? ਅਸੀਂ ਹਲਕੇ ਜੇ ਮਸ਼ੀਨ ਦਾ ਜਿਹੜਾ ਫਲਾਈ ਵੀਲ ਹੈ ਉਹਨੂੰ ਘੁਮਾਉਣਾ ਹੁੰਦਾ ਹੈ। ਘੁਮਾਉਣ ਨਾਲ ਕੀ ਹੁੰਦਾ ਹੈ ਕਿ ਜਿਹੜੀ ਸੂਈ ਚ ਧਾਗਾ ਪਾਇਆ, ਸੂਈ ਹੈ ਜਿਹੜੀ ਉਹ ਧਾਗੇ ਨੂੰ ਲੈ ਕੇ ਥੱਲੇ ਜਾਂਦੀ ਹੈ। ਦੇਖਿਆ ਹੋਊਗਾ, ਅਸੀਂ ਚਿੱਤਰ ਵਿੱਚ ਦੇਖ ਰਹੇ ਹਾਂ, ਜਿੱਦਾਂ ਨੰਬਰ 1 ਵਿੱਚ ਸੂਈ ਹੈ ਜਿਹੜੀ ਉਹ ਧਾਗੇ ਨੂੰ ਲੈ ਕੇ ਥੱਲੇ ਜਾਂਦੀ ਹੈ। ਤੇ ਜਦੋਂ ਉਹ ਧਾਗਾ ਥੱਲੇ ਜਾਂਦਾ ਹੈ, ਫਿਰਕੀ ਵਾਲਾ ਧਾਗਾ ਜਿਹੜਾ ਅਸੀਂ ਧਾਗਾ ਥੱਲੇ ਭਰਿਆ, ਜਦੋਂ ਬਿਲਕੁਲ ਲੋਐਸਟ ਪੁਆਇੰਟ ਤੱਕ ਜਾਂਦਾ ਹੈ, ਥੱਲੇ ਤੱਕ ਜਾਂਦਾ ਹੈ, ਤਾਂ ਜਿਹੜਾ ਅਸੀਂ ਫਿਰਕੀ ਚ ਧਾਗਾ ਭਰਿਆ ਹੁੰਦਾ ਉਹਦੇ ਨਾਲ ਉਹ ਇੰਟਰਲੌਕ ਹੋ ਜਾਂਦਾ ਹੈ। ਇੰਟਰਲੌਕ ਤੋਂ ਭਾਵ ਕਿ ਜਦੋਂ ਉਹਦੇ ਨਾਲ ਲੂਪ ਬਣਾਉਂਦਾ ਹੈ, ਕਿ ਜਦੋਂ ਸਭ ਤੋਂ ਹੇਠਲੇ ਪੁਆਇੰਟ ਤੇ ਜਾਂਦੀ ਹੈ ਤਾਂ ਉਹ ਜਿਹੜਾ ਸਾਡਾ ਉੱਪਰ ਵਾਲਾ ਧਾਗਾ ਉਹ ਫਿਰਕੀ ਵਾਲੇ ਧਾਗੇ ਨਾਲ ਲੂਪ ਬਣਾਉਂਦਾ ਹੈ। ਫਿਰ ਜਦੋਂ ਅਸੀਂ ਹੌਲੀ ਜੇ, ਜਦੋਂ ਤੁਸੀਂ ਦੇਖਿਆ ਹੋਊਗਾ ਆਪਾਂ ਮਸ਼ੀਨ ਚਲਾਉਂਦੇ ਆ, ਫਿਰ ਅਸੀਂ ਹੌਲੀ ਜੇ ਕੀ ਕਰਦੇ ਆ, ਉਹਨੂੰ ਜਿਹੜਾ ਧਾਗਾ ਹੈ ਉੱਪਰ ਵਾਲਾ ਧਾਗਾ ਆਪਾਂ ਫੜ ਕੇ ਰੱਖਦੇ ਆ ਤੇ ਇੱਕ ਹੱਥ ਨਾਲ ਅਸੀਂ ਉਹਨੂੰ ਉੱਪਰ ਨੂੰ ਲਿਆਂਦੇ ਆ। ਤੇ ਜਦੋਂ ਥੱਲੇ ਵਾਲਾ ਧਾਗਾ ਉੱਪਰ ਆਂਦਾ ਤਾਂ ਉਹ ਸਾਡੇ ਕੋਲ ਇੱਕ ਲੂਪ ਦੇ ਰੂਪ ਵਿੱਚ ਆਂਦਾ ਹੈ। ਫਿਰ ਅਸੀਂ ਕੀ ਕਰਦੇ ਆ, ਜਦੋਂ ਉਹ ਧਾਗਾ ਉੱਪਰ ਆ ਗਿਆ, ਉਸ ਤੋਂ ਬਾਅਦ ਅਸੀਂ ਉੱਪਰ ਵਾਲਾ ਧਾਗਾ ਤੇ ਥੱਲੇ ਵਾਲਾ ਧਾਗਾ ਦੋਨੋਂ ਹੈ ਜਿਹੜੇ, ਦੋਨਾਂ ਦਾ ਅਸੀਂ ਕੀ ਕਰਦੇ ਆ, ਉਹਨਾਂ ਦੀ ਜਿਹੜੇ ਅਸੀਂ ਖਿਚਾਓ ਚੈੱਕ ਕਰਦੇ ਆ। ਖਿਚਾਓ ਚੈੱਕ ਕਰਨ ਦਾ ਜਿਹੜਾ ਸਿੰਪਲ ਢੰਗ, ਇੱਕ ਤਾਂ ਅਸੀਂ ਇਸ ਤਰ੍ਹਾਂ ਵੀ ਕਰ ਸਕਦੇ ਆ ਕਿ ਅਸੀਂ, ਜੇ ਸਾਡੀ ਜਜਮੈਂਟ, ਸਾਡਾ ਐਕਸਪੀਰੀਅੰਸ ਹੈਗਾ, ਫਿਰ ਤਾਂ ਅਸੀਂ ਹਲਕਾ ਜਿਹਾ ਖਿੱਚ ਕੇ ਵੀ ਜਜਮੈਂਟ ਕਰ ਜਾਂਦੇ ਆ ਕਿ ਥੱਲੇ ਵਾਲਾ ਧਾਗਾ ਲੂਜ਼ ਤਾਂ ਨਹੀਂ, ਜਾਂ ਉੱਪਰ ਵਾਲੇ ਧਾਗੇ ਦੀ ਟੈਨਸ਼ਨ ਠੀਕ ਹੈ। ਜੇ ਥੱਲੇ ਵਾਲੇ ਧਾਗੇ ਦੀ ਦੋਨਾਂ ਦਾ ਜਿਹੜਾ ਆਪਸ ਚ ਬੈਲੈਂਸ ਨਾ ਹੋਵੇ, ਘੱਟ ਵੱਧ ਹੋਵੇ, ਤਾਂ ਸਾਡੀ ਜਿਹੜੀ ਸਿਲਾਈ ਆ ਉਹ ਠੀਕ ਨਹੀਂ ਹੁੰਦੀ। ਕਈ ਵਾਰੀ ਅਸੀਂ ਕੰਪਲੇਂਟ ਲੈ ਕੇ ਆਉਂਦੇ ਆ ਕਿ ਉਹ ਉੱਪਰ ਲੂਪ ਆਉਂਦੇ ਪਏ ਆ, ਥੱਲੇ ਵਾਲਾ ਧਾਗਾ ਨਹੀਂ ਠੀਕ ਆ ਰਿਹਾ, ਉੱਪਰ ਵਾਲੀ ਸਿਲਾਈ ਨਹੀਂ ਠੀਕ ਆ ਰਹੀ। ਉਹ ਸਾਰੀ ਜਿਹੜੀ ਐਡਜਸਟਮੈਂਟ ਹੈ ਸਾਨੂੰ ਇੱਥੋਂ ਕਰਨੀ ਪੈਂਦੀ ਹੈ। ਫਿਰ ਉਸ ਤੋਂ ਬਾਅਦ ਜਦੋਂ ਦੋਨੇ ਧਾਗੇ ਉੱਪਰ ਆ ਗਏ, ਫਿਰ ਅਸੀਂ ਉਹਨਾਂ ਨੂੰ ਪਿੱਛੇ ਕਰਕੇ ਆਪਣੀ ਸਿਲਾਈ ਚੈੱਕ ਕਰ ਸਕਦੇ ਹਾਂ। ਉਸ ਤੋਂ ਬਾਅਦ ਅਸੀਂ ਜਿਹੜੀ ਹੈ ਸਿਲੈਕਸ਼ਨ ਕਰਨੀ ਹੁੰਦੀ ਹੈ ਥ੍ਰੈਡ ਔਰ ਨੀਡਲ ਦੀ। ਥ੍ਰੈਡ ਔਰ ਨੀਡਲ ਵਿੱਚ ਅਸੀਂ ਕੀ ਹੈ, ਕੱਪੜੇ ਦੇ ਹਿਸਾਬ ਨਾਲ ਅਸੀਂ ਜਿਹੜਾ ਉਹ ਸੂਈ ਸਿਲੈਕਟ ਕਰਨੀ ਹੈ, ਤੇ ਕੱਪੜੇ ਦੇ ਹਿਸਾਬ ਨਾਲ ਹੀ ਅਸੀਂ ਜਿਹੜਾ ਉਹ ਧਾਗਾ ਸਿਲੈਕਟ ਕਰਨਾ ਹੁੰਦਾ ਹੈ ਕਿ ਸਹੀ ਸਾਡੀ ਸਿਲੈਕਸ਼ਨ ਹੋਈ ਹੈ। ਫਿਰ ਉਸ ਤੋਂ ਬਾਅਦ ਜਦੋਂ ਆਪਾਂ ਸਟਿਚ ਕਰਨਾ ਹੈ ਤਾਂ ਅਸੀਂ ਸਟਿਚ ਕਰਕੇ ਦੇਖ ਲੈਣਾ ਹੁੰਦਾ ਹੈ ਕਿ ਜਿਹੜੀ ਸਾਡੀ ਸਿਲਾਈ ਹੈ ਉਹ ਠੀਕ ਆ ਰਹੀ ਹੈ, ਧਾਗੇ ਦਾ ਜਿਹੜਾ ਉੱਪਰਲਾ ਔਰ ਹੇਠਲਾ ਜਿਹੜਾ ਖਿਚਾਓ ਹੈ ਉਹ ਠੀਕ ਚੱਲ ਰਿਹਾ, ਸਾਰਾ ਕੁਝ ਠੀਕ ਹੋ ਗਿਆ, ਫਿਰ ਅਸੀਂ ਸਿਲਾਈ ਹੈ ਜਿਹੜੀ ਉਹ ਕਰ ਸਕਦੇ ਹਾਂ। ਕਈ ਵਾਰ ਕੀ ਹੁੰਦਾ ਹੈ, ਸਾਰਾ ਕੁਝ ਕਰਨ ਦੇ ਬਾਵਜੂਦ ਕੀ ਹੈ ਕਿ ਸਾਨੂੰ ਜਿਹੜਾ ਹੈ, ਸਾਡੀ ਜਿਹੜੀ ਮਸ਼ੀਨ ਹੈ ਉਹ ਸਹੀ ਢੰਗ ਨਾਲ ਨਹੀਂ ਚੱਲਦੀ, ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਹੈ। ਉਹ ਜਿਹੜੀਆਂ ਮੇਨ ਪ੍ਰੋਬਲਮ ਆਉਂਦੀਆਂ ਉਹ ਮੈਂ ਤੁਹਾਡੇ ਨਾਲ ਬਿਲਕੁਲ ਸ਼ਾਰਟ ਵਿੱਚ ਹੁਣ ਡਿਸਕਸ ਕਰ ਲਵਾਂਗੀ। ਸਭ ਤੋਂ ਪਹਿਲਾਂ ਇੱਕ ਪ੍ਰੋਬਲਮ ਸਾਨੂੰ ਆਉਂਦੀ ਹੈ ਕਿ ਸ਼ੁਰੂ ਵਿੱਚ ਜਦੋਂ ਆਪਾਂ ਮਸ਼ੀਨ ਚਲਾਉਂਦੇ ਆ ਤਾਂ ਧਾਗਾ ਕਈ ਵਾਰ ਫਸਣ ਲੱਗ ਪੈਂਦਾ ਹੈ। ਉਹਦਾ ਕੀ ਕਾਰਨ ਹੁੰਦਾ ਹੈ, ਬਿਲਕੁਲ ਸ਼ਾਰਟਲੀ ਕਰਾਂਗੇ, ਟਾਈਮ ਦੀ ਹੁਣ ਸ਼ਾਰਟੇਜ। ਉਹਦਾ ਕੀ ਕਾਰਨ ਹੁੰਦਾ ਹੈ, ਇੱਕ ਤਾਂ ਹੁੰਦਾ ਹੈ ਕਿ ਆਪਾਂ ਜਿਹੜੀ ਹੈ ਫਿਰਕੀ ਆ ਉਹ ਬਹੁਤ ਜ਼ਿਆਦਾ ਭਰ ਦਿੱਤੀ ਹੋਵੇ। ਦੂਜਾ ਕਾਰਨ ਹੋ ਸਕਦਾ ਹੈ ਕਿ ਆਪਾਂ ਜਿਹੜੀ ਫਿਰਕੀ ਆ ਉਹ ਸਹੀ ਸੈੱਟ ਨਹੀਂ ਕੀਤੀ, ਜਾਂ ਕਈ ਵਾਰੀ ਏਦਾਂ ਹੁੰਦਾ ਹੈ ਅਸੀਂ ਦੋਵੇਂ ਧਾਗੇ ਜਦੋਂ ਉੱਪਰ ਆਏ ਨਾਲ ਹੀ ਆਪਾਂ ਮਸ਼ੀਨ ਚਲਾ ਦਿੰਦੇ ਆ, ਆਪਾਂ ਦੋਵੇਂ ਧਾਗੇ ਜਿਹੜੇ ਆ ਉਹ ਪਿੱਛੇ ਨੂੰ ਨਹੀਂ ਕੀਤੇ ਹੁੰਦੇ, ਉਹਦੇ ਨਾਲ ਵੀ ਧਾਗਾ ਫਸ ਜਾਂਦਾ ਹੈ। ਤੇ ਕਈ ਵਾਰੀ ਕਾਰਨ ਇਹ ਵੀ ਹੋ ਜਾਂਦਾ ਹੈ ਕਿ ਸਾਡੀ ਜਿਹੜੀ ਮਸ਼ੀਨ ਹੈ ਉਹ ਚੰਗੀ ਤਰ੍ਹਾਂ ਸਾਫ਼ ਨਾ ਕੀਤੀ ਗਈ ਹੋਵੇ। ਉਸ ਤੋਂ ਬਾਅਦ ਸਾਡਾ ਅਗਲਾ ਜਿਹੜਾ ਨੁਕਸ ਆਉਂਦਾ ਹੈ ਕਿ ਸਾਡੀ ਮਸ਼ੀਨ ਜਿਹੜੀ ਆ ਉਹ ਧਾਗਾ ਛੱਡਦੀ ਹੈ, ਜਿਹਨੂੰ ਕਹਿੰਦੇ ਆ ਟਾਂਕਾ ਛੱਡਦੀ ਹੈ, ਸਕਿਟ ਸਟਿਚਸ।
ਉਹਦਾ ਕੀ ਕਾਰਨ ਹੁੰਦਾ ਹੈ? ਜੇ ਸਾਡੀ ਸੂਈ ਮੁੜੀ ਹੈ ਜਾਂ ਸਾਡੀ ਜਿਹੜੀ ਸੂਈ ਹੈ ਉਹ ਸਹੀ ਢੰਗ ਨਾਲ ਸੈੱਟ ਨਹੀਂ ਹੋਈ ਹੈ। ਅਸੀਂ ਉਹਦੀ ਜਿਹੜਾ ਤੁਹਾਨੂੰ ਦੱਸਿਆ, ਉਹਦੇ ਸ਼ੈਂਕ ਦੇ ਦੋ ਹਿੱਸੇ ਹੁੰਦੇ, ਇੱਕ ਫਲੈਟ ਹੁੰਦਾ, ਇੱਕ ਰਾਉਂਡ ਹੁੰਦਾ। ਫਲੈਟ ਵਾਲਾ ਹਿੱਸਾ ਅਸੀਂ ਬਾਹਰ ਨੂੰ ਕਰਨਾ ਹੁੰਦਾ ਹੈ, ਰਾਉਂਡ ਵਾਲਾ ਅਸੀਂ ਉਹਦੇ ਨਾਲ ਨੀਡਲ ਬਾਰ ਨਾਲ ਲਾਣਾ ਹੁੰਦਾ। ਕਈ ਵਾਰ ਉਹ ਜੇ ਸਾਡੇ ਕੋਲੋਂ ਬੈਲੈਂਸ ਨਹੀਂ ਹੋਇਆ ਸਹੀ ਤਾਂ ਉਹਦੇ ਨਾਲ ਵੀ ਜਿਹੜੀ ਆ ਉਹ ਧਾਗਾ ਜਿਹੜਾ ਟਾਂਕਾ ਸਾਡਾ ਉਹ ਸਕਿਪ ਕਰਦਾ ਹੈ। ਉਸ ਤੋਂ ਬਾਅਦ ਹੈ ਕਿ ਕਈ ਵਾਰ ਸਾਡਾ ਉੱਪਰ ਵਾਲਾ ਧਾਗਾ ਬਾਰ-ਬਾਰ ਟੁੱਟਦਾ ਹੈ। ਉਹਦਾ ਟੁੱਟਣ ਦਾ ਕੀ ਕਾਰਨ ਹੁੰਦਾ? ਇੱਕ ਕਾਰਨ ਤਾਂ ਇਹ ਹੁੰਦਾ ਕਿ ਜੇ ਅਸੀਂ ਧਾਗਾ ਸਟੈਪ ਵਾਈਜ਼ ਨਹੀਂ ਪਾਇਆ ਹੋਇਆ, ਭਾਵ ਜਿਵੇਂ ਸਾਨੂੰ ਪਾਣਾ ਚਾਹੀਦਾ ਹੈ ਤਰਤੀਬਵਾਰ ਅਸੀਂ ਧਾਗਾ ਨਹੀਂ ਪਾਇਆ, ਉਹਦੇ ਨਾਲ ਵੀ ਧਾਗਾ ਟੁੱਟ ਜਾਂਦਾ ਹੈ। ਕਈ ਵਾਰ ਕੀ ਹੁੰਦਾ ਹੈ ਕਿ ਸੂਈ ਹੈ ਜਿਹੜੀ ਉਹ ਅਸੀਂ ਧਾਗੇ ਦੇ ਹਿਸਾਬ ਨਾਲ ਨਹੀਂ ਲਾਈ ਹੋਈ, ਸੂਈ ਬਰੀਕ ਹੈ, ਧਾਗਾ ਅਸੀਂ ਮੋਟਾ ਲਾਤਾ ਤਾਂ ਵੀ ਉਹ ਧਾਗਾ ਟੁੱਟਦਾ ਹੈ। ਕਈ ਵਾਰ ਅਸੀਂ ਧਿਆਨ ਨਹੀਂ ਦਿੰਦੇ, ਜਿਹੜੀ ਰੀਲ ਹੈ ਉਹ ਅਸੀਂ ਨਵੀਂ ਚੜਾਈ ਹੁੰਦੀ ਹੈ ਤੇ ਉਹ ਆਪਾਂ ਮਸ਼ੀਨ ਚਲਾਉਂਦੇ ਜਾਂਦੇ ਆ, ਜਿਹੜਾ ਉਹਦਾ ਧਾਗਾ ਉਹ ਸਕੂਲ ਪਿੰਨ ਤੇ ਲਿਪਟ ਗਿਆ ਹੁੰਦਾ ਹੈ, ਉਹਦੇ ਨਾਲ ਵੀ ਜਿਹੜਾ ਹੈ ਉਹ ਉੱਪਰ ਵਾਲਾ ਧਾਗਾ ਟੁੱਟਦਾ ਹੈ। ਕਈ ਵਾਰ ਕੀ ਹੁੰਦਾ ਹੈ, ਉੱਪਰ ਵਾਲਾ ਧਾਗਾ ਨਹੀਂ ਟੁੱਟਦਾ, ਥੱਲੇ ਵਾਲਾ ਜਿਹੜਾ ਧਾਗਾ ਹੈ ਉਹ ਵਾਰ-ਵਾਰ ਟੁੱਟਦਾ ਹੈ। ਤੇ ਉਹਦਾ ਕੀ ਕਾਰਨ ਹੁੰਦਾ ਹੈ ਕਿ ਜੇ ਸਾਡੀ ਫਿਰਕੀ ਠੀਕ ਢੰਗ ਨਾਲ ਸੈੱਟ ਹੈ ਨਹੀਂ ਹੈ, ਜਾਂ ਸਾਡੀ ਜਿਹੜੀ ਫਿਰਕੀ ਹੈ ਉਹਦੇ ਵਿੱਚ ਕੋਈ ਪੁਰਾਣੇ ਰੇਸ਼ੇ ਫਸੇ ਹੋਏ ਹੈ, ਜਾਂ ਫਿਰ ਇੱਕ ਕਾਰਨ ਇਹ ਵੀ ਹੋ ਜਾਂਦਾ ਹੈ ਕਿ ਕਈ ਵਾਰੀ ਅਸੀਂ ਉਹਦਾ ਥ੍ਰੈਡ ਟੈਂਸ਼ਨ ਡੱਬੀ ਦੀ ਸੈੱਟ ਕਰਦੇ ਕਰਦੇ ਜਿਹੜਾ ਸ਼ਟਲ ਦਾ ਜਿਹੜਾ ਡੱਬੀ ਦਾ ਪੇਚ ਜ਼ਿਆਦਾ ਕੱਸ ਦਿੰਦੇ ਆ, ਜਾਂ ਫਿਰ ਜਿਹੜਾ ਸ਼ਟਲ ਵਾਲਾ ਬਾਹਰਲਾ ਪੇਚ ਹੈ ਉਹ ਬਹੁਤ ਜ਼ਿਆਦਾ ਕੱਸਿਆ ਹੋਵੇ ਤਾਂ ਵੀ ਇਸ ਤਰ੍ਹਾਂ ਹੋ ਸਕਦਾ ਹੈ। ਉਸ ਤੋਂ ਬਾਅਦ ਆਉਂਦਾ ਹੈ ਸਾਡਾ ਫੈਬਰਿਕ ਪਕਰਿੰਗ। ਕਈ ਵਾਰ ਕੀ ਹੁੰਦਾ ਹੈ ਅਸੀਂ ਮਸ਼ੀਨ ਚਲਾਉਂਦੇ ਆ, ਨਾਲ ਹੀ ਕੱਪੜਾ ਜਿਹੜਾ ਉਹ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ। ਉਹਦਾ ਕਾਰਨ ਕੀ ਹੁੰਦਾ ਕਿ ਇੱਕ ਤਾਂ ਜਿਹੜਾ ਕਿ ਦੋਵਾਂ ਧਾਗਿਆਂ ਦਾ ਜਿਹੜਾ ਖਿਚਾਓ ਹੈ ਉਹ ਬਹੁਤ ਜ਼ਿਆਦਾ ਹੋਵੇ, ਬਹੁਤ ਜ਼ਿਆਦਾ ਖਿਚਾਓ ਹੈ ਤਾਂ ਵੀ ਇਕੱਠਾ ਹੋਣ ਲੱਗ ਪੈਂਦਾ। ਕਈ ਵਾਰ ਕੀ ਹੁੰਦਾ ਕਿ ਅਸੀਂ ਜਿਹੜੇ ਟਾਂਕੇ ਦੇ ਹਿਸਾਬ ਨਾਲ ਕੱਪੜੇ ਦੇ ਹਿਸਾਬ ਨਾਲ ਜਿਹੜੇ ਆਪਾਂ ਟਾਂਕੇ ਲਏ ਆ, ਮਸ਼ੀਨ ਦੀ ਅਸੀਂ ਚਾਲ ਹੀ ਇੰਨੀ ਵੱਡੀ ਕਰਤੀ ਹੈ ਕਿ ਕੱਪੜੇ ਦੇ ਹਿਸਾਬ ਨਾਲ ਉਹ ਨਹੀਂ ਚੱਲ ਰਹੀ, ਉਹਦੇ ਨਾਲ ਵੀ ਕੱਪੜਾ ਇਕੱਠਾ ਹੋ ਜਾਂਦਾ ਹੈ। ਕਈ ਵਾਰ ਜ਼ਿਆਦਾ ਕਾਰਨ ਕੀ ਬਣ ਜਾਂਦਾ ਹੈ ਕਿ ਆਪਾਂ ਸੂਈ ਦੀ ਨੋਕ ਨਹੀਂ ਦੇਖਦੇ। ਕਈ ਵਾਰੀ ਸੂਈ ਦੀ ਨੋਕ ਮੁੜੀ ਹੋਣ ਕਰਕੇ ਵੀ ਇਹ ਪ੍ਰੋਬਲਮ ਆਉਂਦੀ ਹੈ। ਅਗਲੀ ਜਿਹੜੀ ਆਉਂਦੀ ਆ ਉਹ ਆਉਂਦੀ ਹੈ ਨੀਡਲ ਬ੍ਰੇਕਿੰਗ, ਭਾਵ ਕਿ ਜਿਹੜੇ ਬਾਰ-ਬਾਰ ਸਾਡੀ ਜਿਹੜੀ ਸੂਈ ਆ ਉਹ ਟੁੱਟਦੀ ਹੈ। ਉਹਦਾ ਕੀ ਕਾਰਨ ਹੁੰਦਾ ਹੈ? ਮੇਨ ਕਾਰਨ ਉਹਦਾ ਹੁੰਦਾ ਹੈ ਕਿ ਜੇ ਸਾਡਾ ਧਾਗਾ ਜਿਹੜਾ ਆ ਉਹ ਸੂਈ ਦੇ ਹਿਸਾਬ ਨਾਲ ਨਹੀਂ ਹੁੰਦਾ, ਧਾਗਾ ਮੋਟਾ ਹੋਵੇ, ਜਾਂ ਅਸੀਂ ਆ ਜਿਹੜਾ ਉਹ ਧਾਗਾ ਜਿਹੜਾ ਉੱਪਰੋਂ ਥ੍ਰੈਡ ਟੈਂਸ਼ਨ ਡਿਵਾਈਸ ਵਿੱਚੋਂ ਬਹੁਤ ਜ਼ਿਆਦਾ ਆਪਾਂ ਕੱਸਿਆ ਹੋਵੇ ਤਾਂ ਵੀ ਜਿਹੜੀ ਆ ਉਹ ਸੂਈ ਵਾਰ-ਵਾਰ ਟੁੱਟਦੀ ਹੈ। ਕਈ ਵਾਰ ਇਹਨਾਂ ਵਿੱਚੋਂ ਕੋਈ ਵੀ ਨਹੀਂ ਕਾਰਨ ਹੁੰਦਾ, ਆਪਾਂ ਸੂਈ ਹੈ ਜਿਹੜੀ ਉਹੀ ਘਟੀਆ ਕੁਆਲਿਟੀ ਦੀ ਲੈ ਲੈਂਦੇ ਆ, ਉਹਦੇ ਨਾਲ ਕੀ ਹੈ ਕਿ ਉਹ ਵਾਰ-ਵਾਰ ਜਿਹੜੀ ਆ ਉਹ ਟੁੱਟਣ ਦਾ ਕਾਰਨ ਬਣਦੀ ਹੈ। ਉਸ ਤੋਂ ਬਾਅਦ ਆਉਂਦੀ ਹੈ ਅਨਈਵਨ ਸਟਿਚ ਲੈਂਥ। ਕਈ ਵਾਰੀ ਕੀ ਹੁੰਦਾ ਕਿ ਸਾਡਾ ਜਿਹੜਾ ਟਾਂਕਾ ਹੈ ਉਹ ਇੱਕੋ ਜਿਹਾ ਨਹੀਂ ਆਉਂਦਾ, ਕਦੀ ਲੰਬਾ ਆ ਜਾਂਦਾ ਹੈ, ਕਦੀ ਛੋਟਾ ਆ ਜਾਂਦਾ ਹੈ। ਉਹਦਾ ਕੀ ਕਾਰਨ ਹੁੰਦਾ? ਕਈ ਵਾਰੀ ਅਸੀਂ ਸਾਰੇ ਕਾਰਨ ਲੱਭਦੇ ਜਾਂਦੇ ਆ, ਮੇਨ ਜਿਹੜਾ ਉਹਦਾ ਕਾਰਨ ਕੀ ਹੁੰਦਾ ਹੈ ਕਿ ਜਿਹੜਾ ਫੁੱਟ ਪ੍ਰੈਸ਼ਰ ਹੈ, ਜਿਹੜਾ ਅਸੀਂ ਉੱਪਰ ਉਹਦਾ ਸਕਰੂ ਹੈ ਉਹਦੇ ਤੇ ਜਿਹੜਾ ਦਬਾਅ ਹੈ ਉਹ ਠੀਕ ਨਾ ਹੋਵੇ। ਜੇ ਉਹ ਦਬਾਅ ਠੀਕ ਨਹੀਂ ਹੈ ਤਾਂ ਸਾਡਾ ਜਿਹੜਾ ਸਟਿਚ ਹੈ ਉਹ ਅਨਈਵਨ ਆਉਂਦਾ ਹੈ। ਇੱਕ ਹੋਰ ਕਾਰਨ ਹੁੰਦਾ ਹੈ ਕਿ ਜਿਹੜੀ ਸਾਡੀ ਦੰਦਰਾਲ ਹੈ, ਫੀਡ ਡੌਗ ਹੈ, ਜੇ ਉਹ ਬਹੁਤ ਜ਼ਿਆਦਾ ਜਿਹੜਾ ਉਹ ਕੱਸਿਆ ਗਿਆ ਹੋਵੇ, ਜਾਂ ਫਿਰ ਉਹ ਘਸਿਆ ਹੋਵੇ, ਜਾਂ ਉਹਦੀ ਜਿਹੜੀ ਹੈ ਐਡਜਸਟਮੈਂਟ ਠੀਕ ਨਾ ਹੋਈ ਹੋਵੇ, ਉਹਦੇ ਨਾਲ ਵੀ ਇਹ ਪ੍ਰੋਬਲਮ ਆ ਜਾਂਦੀ ਹੈ ਕਿ ਜਿਹੜੀ ਸਾਡੀ ਸਟਿਚ ਹੈ ਉਹ ਇੱਕੋ ਜਿਹਾ ਨਹੀਂ ਆਉਂਦਾ। ਉਸ ਤੋਂ ਬਾਅਦ ਜਿਹੜਾ ਅਗਲਾ ਪ੍ਰੋਬਲਮ ਆਉਂਦੀ ਹੈ ਸਾਨੂੰ ਸਿਲਾਈ ਕਰਦੇ, ਉਹ ਹੁੰਦੀ ਹੈ ਕਿ ਜਦੋਂ ਸਾਡੀ ਮਸ਼ੀਨ ਬਹੁਤ ਭਾਰੀ ਚੱਲਦੀ ਹੈ, ਮਸ਼ੀਨ ਰਨਸ ਹੈਵੀਲੀ, ਮੀਨਸ ਜਿਹੜੀ ਮਸ਼ੀਨ ਹੈ ਉਹ ਬਹੁਤ ਭਾਰੀ ਚੱਲਦੀ ਹੈ। ਤੇ ਭਾਰੀ ਚੱਲਣ ਦੇ ਕੀ ਕਾਰਨ ਹੁੰਦੇ? ਇੱਕ ਤਾਂ ਮੇਨ ਕਾਰਨ ਇਹ ਹੁੰਦਾ ਕਿ ਜਦੋਂ ਆਪਾਂ ਮਸ਼ੀਨ ਨੂੰ ਲਗਾਤਾਰ ਵਰਤੀ ਜਾਂਦੇ ਆ, ਉਹਨੂੰ ਤੇਲ ਨਹੀਂ ਦਿੰਦੇ, ਉਹਦੀ ਸਫਾਈ ਨਹੀਂ ਕਰਦੇ, ਤਾਂ ਵੀ ਮਸ਼ੀਨ ਭਾਰੀ ਚੱਲਣਾ ਸ਼ੁਰੂ ਹੋ ਜਾਂਦੀ ਹੈ। ਦੂਜਾ ਕਾਰਨ ਹੁੰਦਾ ਹੈ ਕਿ ਜਿਹੜਾ ਸਾਡਾ ਫਲਾਈ ਵੀਲ ਹੈ, ਆਪਾਂ ਕਈ ਵਾਰ ਫਿਰਕੀ ਭਰਨ ਲੱਗਦੇ ਆ ਤੇ ਕਈ ਵਾਰ ਧਾਗਾ ਜਿਹੜਾ ਉਹਦੇ ਦੁਆਲੇ ਲਿਪਟ ਜਾਂਦਾ ਹੈ, ਜਾਂ ਬੈਲਟ ਵਾਲੀ ਮਸ਼ੀਨ ਹੈ ਤਾਂ ਉਹਦੀ ਕਈ ਵਾਰ ਬੈਲਟ ਹੀ ਜ਼ਿਆਦਾ ਕੱਸੀ ਹੁੰਦੀ ਹੈ, ਉਹਦੇ ਨਾਲ ਵੀ ਜਿਹੜੀ ਆ ਉਹ ਸਾਡੀ ਮਸ਼ੀਨ ਭਾਰੀ ਚੱਲਣ ਲੱਗ ਪੈਂਦੀ ਹੈ। ਤੇ ਕਈ ਵਾਰ ਇੱਕ ਕਾਰਨ ਇਹ ਵੀ ਹੋ ਜਾਂਦਾ ਹੈ ਕਿ ਜਦੋਂ ਆਪਾਂ ਫਿਰਕੀ ਭਰਦੇ ਆ, ਜਿਹੜੀ ਬੋਬਿਨ ਵਾਈਂਡਰ ਹੈ, ਪੇਚ ਆਪਾਂ ਉੱਪਰ ਹੁੰਦਾ, ਉਹ ਜਿਹੜੀ ਵਾਈਂਡਰ ਰਬੜ ਹੈ ਉਹ ਫਲਾਈ ਵੀਲ ਨਾਲ ਲੱਗਦੀ ਹੁੰਦੀ ਹੈ, ਤੇ ਆਪਾਂ ਫਿਰਕੀ ਭਰ ਕੇ ਦੁਬਾਰਾ ਉਹਨੂੰ ਉੱਪਰ ਨਹੀਂ ਚੱਕਦੇ, ਤੇ ਜਦੋਂ ਆਪਾਂ ਮਸ਼ੀਨ ਚਲਾਉਂਦੇ ਆ ਤਾਂ ਉਹ ਜਿਹੜੀ ਆ ਉਹ ਲਗਾਤਾਰ ਫਲਾਈ ਵੀਲ ਨਾਲ ਲੱਗਦੀ ਰਹਿੰਦੀ ਹੈ, ਉਹਦੇ ਨਾਲ ਜਿਹੜੀ ਸਾਡੀ ਮਸ਼ੀਨ ਹੈ ਉਹ ਭਾਰੀ ਚੱਲਦੀ ਹੈ। ਹੋਰ ਕਾਰਨ ਸਾਡੀ ਮਸ਼ੀਨ ਭਾਰੀ ਚੱਲਣ ਦਾ ਹੁੰਦਾ ਹੈ ਕਿ ਜੇ ਆਪਾਂ ਜਿਹੜਾ ਸ਼ਟਲ ਹੈ
ਉਹ ਸਹੀ ਢੰਗ ਨਾਲ ਸੈੱਟ ਨਹੀਂ ਕੀਤਾ। ਉਹ ਜੇ ਸਹੀ ਢੰਗ ਨਾਲ ਸੈੱਟ ਨਹੀਂ ਕੀਤਾ, ਸਾਡੀ ਸੂਈ ਵੀ ਵਾਰ-ਵਾਰ ਟੁੱਟ ਸਕਦੀ ਹੈ ਤੇ ਜਿਹੜੀ ਸਾਡੀ ਮਸ਼ੀਨ ਹੈ ਉਹ ਵੀ ਭਾਰੀ ਚੱਲਦੀ ਹੈ। ਜੇ ਸ਼ਟਲ ਵਿੱਚ ਧਾਗਾ ਫਸਿਆ ਹੋਵੇ ਜਾਂ ਕੋਈ ਹੋਰ ਰੇਸ਼ੇ ਫਸੇ ਹੋਣ, ਆਪਾਂ ਉਹਨੂੰ ਸਾਫ਼ ਨਹੀਂ ਕੀਤਾ ਤਾਂ ਉਹਦੇ ਨਾਲ ਵੀ ਕੀ ਹੈ ਕਿ ਕੁਝ ਸਮੇਂ ਬਾਅਦ ਹੈ ਜਿਹੜੀ ਉਹ ਸਾਡੀ ਮਸ਼ੀਨ ਭਾਰੀ ਚੱਲਣਾ ਸ਼ੁਰੂ ਹੋ ਜਾਂਦੀ ਹੈ। ਇਹ ਸੀ ਅੱਜ ਦੀ ਸਿਲਾਈ ਮਸ਼ੀਨ ਦੇ ਟੌਪਿਕ ਦੇ ਉਹਦੇ ਪਾਰਟਸ, ਉਹਦੇ ਚ ਆਉਣ ਵਾਲੇ ਨੁਕਸ ਤੇ ਉਹਨਾਂ ਨੂੰ ਆਪਾਂ ਕਿਵੇਂ ਦੂਰ ਕਰ ਸਕਦੇ ਆ, ਜੇ ਸਾਨੂੰ ਪਤਾ ਹੋਊਗਾ ਕਿ ਇਹਦੇ ਵਿੱਚ ਨੁਕਸ ਪੈਂਦਾ ਕਿਉਂ ਹੈ। ਉਸ ਤੋਂ ਬਾਅਦ ਸਾਡੀ ਜਿਹੜੀ ਸਮੂਹ ਉਦਯੋਗਿਕ ਸਿਖਲਾਈ ਸੰਸਥਾਵਾਂ ਪੰਜਾਬ ਵੱਲੋਂ ਜਿਹੜੇ ਉਪਰਾਲੇ ਕੀਤੇ ਜਾ ਰਹੇ ਆ ਸਾਡੀ ਇੰਡਸਟਰੀ 'ਚ, ਕਿ ਜਿਹੜੇ ਸਾਡੇ ਬੱਚੇ ਆ ਸਾਡੇ ITI ਵਿੱਚੋਂ ਨਿਕਲ ਕੇ ਕਿਤੇ ਜੌਬ ਤੇ ਕਰਨ, ਆਪਣੀ ਰੋਜ਼ੀ ਰੋਟੀ ਕਮਾ ਸਕਣ, ਉਹਦੇ ਲਈ ਸਾਡਾ ਡਿਪਾਰਟਮੈਂਟ ਬਹੁਤ ਜ਼ਿਆਦਾ ਮਿਹਨਤ ਕਰ ਰਿਹਾ ਹੈ। ਇਸੇ ਤਹਿਤ ਜਿਹੜੀ ਹੈ ਉਹ ਲੁਧਿਆਣਾ ਵਿਖੇ ਮਸ਼ੀਨਿਸਟ, ਟਰਨਰ, ਫਿਟਰ, ਵੈਲਡਰ ਤੇ ਹੋਰ ਟ੍ਰੇਡਾਂ ਨਾਲ ਸੰਬੰਧਿਤ ਬਹੁਤੀ ਗਿਣਤੀ ਵਿੱਚ ਸਾਡੀ ITI ਪਾਸ ਉਮੀਦਵਾਰਾਂ ਦੀ ਜ਼ਰੂਰਤ ਹੈ। ਇਹਨੂੰ ਧਿਆਨ ਵਿੱਚ ਰੱਖਦੇ ਹੋਏ ITI ਲੁਧਿਆਣਾ ਵੱਲੋਂ ਜਿਹੜੀ ਵਰਚੁਅਲ ਪਲੇਸਮੈਂਟ ਡਰਾਈਵ ਮਿਤੀ 15/6/20 ਤੋਂ ਲਗਾਤਾਰ ਚਲਾਈ ਜਾ ਰਹੀ ਹੈ ਤੇ ਇਹਨਾਂ ਇੰਡਸਟਰੀ 'ਚ ਨੌਕਰੀ ਪ੍ਰਾਪਤ ਕਰਨ ਲਈ ਚਾਹਵਾਨ ਜਿਹੜੇ ਉਮੀਦਵਾਰ ਹੈ ਉਹ ਹੇਠ ਲਿਖੇ ਲਿੰਕ ਤੇ ਜਿਹੜੇ ਆ ਜਾ ਕੇ ਆਪਣੀ ਆਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਆ। ਇਹ ਰਜਿਸਟ੍ਰੇਸ਼ਨ ਹੋਣ ਤੋਂ ਬਾਅਦ ਜ਼ੂਮ ਐਪ ਤੇ ਜਾਂ WhatsApp ਰਾਹੀਂ ਉਹਨਾਂ ਦੀ ਇੰਟਰਵਿਊ ਲਈ ਜਾਵੇਗੀ ਤੇ ਉਸ ਤੋਂ ਬਾਅਦ ਉਹਨਾਂ ਦੀ ਉਸ ਕੰਪਨੀ ਲਈ ਸਿਲੈਕਸ਼ਨ ਹੋਵੇਗੀ। ਤੇ ਸਾਰੇ ਨੂੰ ਬੇਨਤੀ ਹੈ ਕਿ ਆਪ ਜੀ ਆਪਣੇ ਸਟਾਫ ਅਤੇ ਸਿੱਖਿਆਰਥੀਆਂ ਨਾਲ ਆਪਣੇ ਸੰਬੰਧਿਤ ਖੇਤਰ ਵਿੱਚ ਇਸ ਲਿੰਕ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਾਡੀਆਂ ਸੰਸਥਾਵਾਂ ਵਿੱਚੋਂ ਨਿਕਲਣ ਵਾਲੇ ਜਿਹੜੇ ਸਿੱਖਿਆਰਥੀ ਹੈ ਉਹ ਰੁਜ਼ਗਾਰ ਪ੍ਰਾਪਤ ਕਰ ਸਕਣ ਤੇ ਆਪਣੀ ਰੋਜ਼ੀ ਰੋਟੀ ਕਮਾ ਸਕਣ। ਹਾਂਜੀ, ਥੈਂਕ ਯੂ। ਹਾਂਜੀ ਹਾਂਜੀ, ਕਿਸੇ ਵੀ ਸਟੂਡੈਂਟ ਦਾ ਕੋਈ ਕੁਐਸਚਨ ਹੈ ਤਾਂ ਪੁੱਛ ਸਕਦੇ ਆ ਪਲੀਜ਼। ਹੈਲੋ ਹਾਂਜੀ, ਕਿਸੇ ਸਟੂਡੈਂਟ ਦਾ ਕੋਈ ਕੁਐਸਚਨ ਹੈ ਤਾਂ ਪੁੱਛ ਸਕਦੇ ਆ ਜੀ, ਨਹੀਂ ਤਾਂ ਫਿਰ ਕਲੋਜ਼ ਕੀਤਾ हेलो ਹਾਂਜੀ हाँ जी मैम, मैं मनिंदर बोल रही हूँ ITI अनंतपुर शॉप तो। ਹਾਂਜੀ ਮੈਮ, ਸਾਡਾ ਲੈਕਚਰ ਬਹੁਤ ਵਧੀਆ ਸੀ। ਤੁਸੀਂ ਬਹੁਤ ਮਿਹਨਤ ਨਾਲ ਲੈਕਚਰ ਤਿਆਰ ਕਰਕੇ ਸਟੂਡੈਂਟਸ ਦੀ ਬਹੁਤ ਅੱਛੀ ਇਨਫੋਰਮੇਸ਼ਨ ਗੈਦਰ ਕਰਕੇ ਲੈਕਚਰ ਰਾਹੀਂ ਦਿੱਤੀ ਹੈ। ਉਮੀਦ ਹੈ ਕਿ ਸਾਰੇ ਸਟੂਡੈਂਟਸ ਤੋਂ ਜ਼ਰੂਰ ਫਾਇਦਾ ਉਠਾਉਣਗੇ ਤੇ ਉਹਨਾਂ ਦੀ ਰਿਵੀਜ਼ਨ ਕਰਨ ਵਿੱਚ ਬਹੁਤ ਹੈਲਪਫੁਲ ਹੋਇਆ ਤੁਹਾਡਾ ਲੈਕਚਰ। ਥੈਂਕ ਯੂ ਸੋ ਮਚ। ਓਕੇ ਮੈਮ, ਥੈਂਕ ਯੂ। ਐਨੀ ਸਟੂਡੈਂਟ ਵੀਡੀਓ ਬੰਦ ਹੋ ਗਈ? ਹਾਂਜੀ ਹਾਂਜੀ हेलो मैम। ਹਾਂਜੀ, सत श्री अकाल मैम। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਬੋਲੋ ਜੀ। हाँ जी मैम, सत श्री अकाल जी। मैं ਸਤਿ ਸ਼੍ਰੀ ਅਕਾਲ किरणजीत ਜੀ। कौर सरकारी ITI श्री मुक्तसर साहब तो बोल रही हाँ जी। ਹਾਂਜੀ ਮੈਮ, ਸਤਿ ਸ਼੍ਰੀ मैम ਅਕਾਲ तुहाडा ਜੀ। ਲੈਕਚਰ बहुत वधिया सी मैडम। मैं नक्षत्र मैडम दी स्टूडेंट हाँ जी, ते ओह भी सानू बहुत वधिया सिखाउंदे आ ते बहुत वधिया समझाउंदे आ, जिवें तुसीं समझाया जी सानू ਓਕੇ ਬੇਟਾ, तरह ही ਇਹਦਾ ਫਾਇਦਾ ਲਓ। समझाउंदे सानू भी वधिया गाइड करदे आ जी। ਓਕੇ ਬੇਟਾ, ਥੈਂਕ ਯੂ ਥੈਂਕ ਯੂ। ओके मैम। ममता ए होता ਹਾਂਜੀ, ਹੋਰ ਕਿਸੇ ਦੀ हेडफोन दे मैंने तो हेडफोन